ਮੈਂ ਜੇ ਤੈਨੂੰ ਅਸਲ ਗੱਲ ਦੱਸਾਂ ਤੇ ਮੇਰੀ ਜਿਹੜੀ ਸ਼ੁਰੂਆਤ ਹੈਗੀ ਆ ਮੈਂ ਕਿਤੇ ਵੀ ਕਿਸੇ ਪਲੇਟਫਾਰਮ ਤੇ ਸ਼ੇਅਰ ਨਹੀਂ ਕਰ ਪਾਈ। ਚਲੋ ਅੱਜ ਮੈਂ ਦੱਸਣਾ ਚਾਹੂੰਗੀ। ਇੱਕ ਬੁਟੀਕ ਕਨਸੈਪਟ ਚੱਲਦਾ ਆ ਰਿਹਾ, ਕਦੀ ਵੀ ਇੱਕ ਡਿਜ਼ਾਈਨਰ ਦੀ ਫਾਰਮ 'ਚ ਕਿਸੇ ਵੀ ਫੇਸ ਨੂੰ ਇਸ ਤਰ੍ਹਾਂ ਦੀ ਰੈਕੋਗਨੀਸ਼ਨ ਨਹੀਂ ਮਿਲੀ। ਜਿਹੜੇ ਆਊਟ ਆਫ ਪੰਜਾਬ ਲੋਕੀ ਨੇਗੇ ਉਹਨਾਂ ਨੂੰ ਸਾਡੇ ਡਿਜ਼ਾਈਨਸ ਜਾਂ ਸਾਡਾ ਫੈਸ਼ਨ ਕਿਵੇਂ ਦਾ ਲੱਗਦਾ ਹੈ ਕਿ ਉਹ ਪੰਜਾਬ ਨੂੰ ਮਤਲਬ ਕਿਵੇਂ ਦੇਖਦੇ ਨੇਗੇ? ਇਹ ਚੇਂਜ ਤੁਸੀਂ ਖੁਦ ਵੀ ਮਹਿਸੂਸ ਕਰੋਗੇ। ਰੀਸੈਂਟ ਕੁਝ ਸਾਲਾਂ 'ਚ ਆਇਆ, ਬਹੁਤ ਸਟਰੋਂਗ ਪ੍ਰੈਜ਼ੈਂਸ ਹੈਗੀ ਆ ਇੰਡੀਅਨ ਵੇਅਰ ਦੀ, ਔਰ ਸਪੈਸ਼ਲੀ ਅਗਰ ਆਪਾਂ ਗੱਲ ਕਰੀਏ ਪੰਜਾਬੀ ਕਾਸਟਿਊਮਸ ਦੀ। ਤੇ ਮੈਂ ਵੀ ਆਪਣੀ ਮਦਰ ਦਾ ਇੱਕ ਸੂਟ ਆਪਣੇ ਲਈ ਫਿੱਟ ਕਰਾਇਆ ਹੈ ਨਾ, ਜਿਹੜਾ ਕਿ 24-25 ਸਾਲ ਪੁਰਾਣਾ ਆ। ਉਹ ਚੀਜ਼ਾਂ ਜੋ ਪਹਿਲਾਂ ਚੱਲਦੀਆਂ ਸੀਗੀਆਂ, ਜੋ ਸਾਡੇ ਮਦਰਸ ਨੇ, ਗ੍ਰੈਂਡ ਮਦਰਸ ਨੇ ਸੰਭਾਲ ਕੇ ਰੱਖੀਆਂ ਸੀ, ਅੱਜ ਸਾਨੂੰ ਬਹੁਤ ਅੱਛੀਆਂ ਲੱਗ ਰਹੀਆਂ ਨੇ ਕਿਉਂਕਿ ਅਸੀਂ ਬੋਰ ਹੋ ਚੁੱਕੇ ਹਾਂ ਜਿਹੜੀਆਂ ਚੀਜ਼ਾਂ ਆਪਾਂ ਆਮ ਮਾਰਕੀਟ 'ਚ ਦੇਖਦੇ ਹਾਂ। ਅਸੀਂ ਨਿਮਰਤ ਖਹਿਰਾ ਉਹਨਾਂ ਨੂੰ ਤੁਹਾਡੇ ਸਟਾਈਲ ਕੈਰੀ ਕਰਦੇ ਹੋਏ ਦੇਖਦੇ ਹਾਂ ਨਾ, ਤਾਂ ਬਹੁਤ ਸੋਹਣੇ ਤਰੀਕੇ ਦੇ ਨਾਲ ਉਹ ਕੈਰੀ ਕਰਦੇ ਨੇ। ਕੁਝ ਇਸ ਤਰ੍ਹਾਂ ਦੇ ਵੀ ਕਾਸਟਿਊਮਸ ਤਿਆਰ ਕਰ ਰਹੇ ਨੇ, ਜਿਸ ਤਰ੍ਹਾਂ ਮੈਂ ਪਿੱਛੇ ਜੀ ਟਰੈਵਲ ਕੀਤਾ ਸੀਗਾ, ਮਾਈਸੂਰ ਪੈਲੇਸ ਦੇਖਿਆ, ਉਹਨਾਂ ਦੇ ਜਿਹੜੇ ਪਿਲਰਸ ਸੀਗੇ ਉਹਨਾਂ ਦੇ ਕਲਰਸ ਬਹੁਤ ਖੂਬਸੂਰਤ ਸੀ। ਸੋ ਪਿਲਰਸ ਦੇ ਕਲਰਸ ਮੈਨੂੰ ਇੰਨਾ ਅਟਰੈਕਟ ਕੀਤਾ ਕਿ ਉਹੀ ਕਲਰ ਪੈਲੇਟ ਮੈਂ ਆਪਣੇ ਇੱਕ ਡਿਜ਼ਾਈਨ ਲਈ ਰੱਖੀ। ਕੀ ਤੁਸੀਂ ਬਹੁਤ ਜ਼ਿਆਦਾ ਉਮਰ ਦੀ ਕਿਸੇ ਇੱਕ ਔਰਤ ਦੇ ਲਈ ਵੀ ਕਦੇ ਕੱਪੜੇ ਡਿਜ਼ਾਈਨ ਕੀਤੇ ਨੇਗੇ? ਏਜ ਇਜ਼ ਜਸਟ ਅ ਨੰਬਰ, ਜਿਸ ਤਰ੍ਹਾਂ ਕਹਿੰਦੇ ਨੇ। ਅਗਰ ਤੁਸੀਂ 60 ਤੇ ਹੋ ਤੇ ਤੁਹਾਨੂੰ ਕਿੰਨੇ ਮਨਾ ਕੀਤਾ ਕਿ ਤੁਸੀਂ ਇਸ ਤਰ੍ਹਾਂ ਦੇ ਕੱਪੜੇ ਸੋਹਣੇ ਨਹੀਂ ਪਾ ਸਕਦੇ? ਤੁਹਾਡੇ 'ਚ ਕੌਨਫੀਡੈਂਸ ਹੋਣਾ ਚਾਹੀਦਾ। ਕਿ ਮੈਂ ਸ਼ੁਰੂਆਤ ਕੀਤੀ ਸੀ, ਸਿਰਫ 5000 ਰੁਪੀਜ਼ ਸੀਗੇ ਮੇਰੇ ਕੋਲ, ਜਿਹਦੇ ਨਾਲ ਮੈਂ ਆਪਣੇ ਫਰਸਟ ਇਨਵੈਸਟਮੈਂਟ ਕੀਤੀ ਸੀਗੀ ਆਪਣੇ ਡਿਜ਼ਾਈਨਸ ਲਈ। ਵੀ ਸੋਸ਼ਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਦੀਪ ਗਰੇਵਾਲ ਸਵਾਗਤ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਹੈ ਠੀਕ ਠਾਕ ਹੋਵੋਗੇ। ਵੀ ਸੋਸ਼ਲ ਦੀ ਇਸ ਬੇਹੱਦ ਖਾਸ ਇੰਟਰਵਿਊ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਨਿਮਰਤ ਕਾਲੂ। ਨਿਮਰਤ ਫੈਸ਼ਨ ਡਿਜ਼ਾਈਨਰ ਨੇ। 2016 ਦੇ ਵਿੱਚ ਉਹਨਾਂ ਨੇ ਧਾਗੀ ਕ੍ਰੀਏਸ਼ਨਸ ਦੀ ਸ਼ੁਰੂਆਤ ਕੀਤੀ ਸੀ। 6000 ਦੇ ਕਰੀਬ ਉਹਨਾਂ ਦੇ ਕਲਾਇੰਟਸ ਨੇ ਅਤੇ ਤਕਰੀਬਨ ਹਰ ਪੰਜਾਬੀ ਗਾਣੇ ਦੇ ਵਿੱਚ ਉਹਨਾਂ ਦੇ ਤੁਸੀਂ ਕਾਸਟਿਊਮ ਵੇਖਦੇ ਹੋ। ਨਿਮਰਤ ਖਹਿਰਾ ਹੋਰਾਂ ਦੇ ਕਿਸੇ ਵੀ ਗੀਤ ਦੇ ਵਿੱਚ ਜੋ ਸੂਟ ਤੁਸੀਂ ਸੋਹਣੇ ਸੋਹਣੇ ਵੇਖਦੇ ਹੋ ਉਹ ਉਹਨਾਂ ਦੇ ਹੀ ਡਿਜ਼ਾਈਨ ਕੀਤੇ ਹੋਏ ਨੇ। ਉਹ ਇਹ ਵੀ ਕਹਿੰਦੇ ਨੇ ਕਿ ਉਹਨਾਂ ਦੇ ਜਿਹੜੇ ਸਾਰੇ ਸੂਟ ਨੇ, ਜੋ ਡਿਜ਼ਾਈਨ ਨੇ, ਉਹ 100% ਹੈਂਡਮੇਡ ਨੇ। ਉਹਨਾਂ ਦੇ ਨਾਲ ਅਸੀਂ ਗੱਲ ਕਰਦੇ ਹਾਂ ਇੱਕ ਫੈਸ਼ਨ ਡਿਜ਼ਾਈਨਰ ਦੇ ਲਈ ਫੈਸ਼ਨ ਦੀ ਕੀ ਪਰਿਭਾਸ਼ਾ ਹੁੰਦੀ ਹੈ, ਜਾਂ ਅੱਜ ਦੇ ਦੌਰ ਦੇ ਵਿੱਚ ਪੰਜਾਬੀ ਇੰਡਸਟਰੀ ਅਤੇ ਫੈਸ਼ਨ ਦੀ ਦੁਨੀਆ, ਫੈਸ਼ਨ ਵਰਲਡ ਆਪਸ ਦੇ ਵਿੱਚ ਕਿਵੇਂ ਜੁੜੇ ਹੋਏ ਨੇ, ਉਹਨਾਂ ਤੋਂ ਅਸੀਂ ਜਾਣਾਂਗੇ। ਸਭ ਤੋਂ ਪਹਿਲਾਂ ਨਿਮਰਤ ਹੋਰਾਂ ਦਾ ਅਸੀਂ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਮੈਮ। ਥੈਂਕ ਯੂ ਸੋ ਮਚ। ਕਿਵੇਂ ਹੋ ਤੁਸੀਂ? ਬਹੁਤ ਵਧੀਆ। ਥੈਂਕ ਯੂ ਸੋ ਮਚ ਸਾਨੂੰ ਟਾਈਮ ਦੇਣ ਦੇ ਲਈ, ਸਾਡੇ ਨਾਲ ਗੱਲ ਕਰਨ ਦੇ ਲਈ। ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਮੈਨੂੰ ਚੁਣਿਆ। ਮੈਨੂੰ ਤੁਹਾਨੂੰ ਡਾਕਟਰ ਨਿਮਰਤ ਕਾਲੂ ਕਹਿਣਾ ਚਾਹੀਦਾ ਸੀਗਾ, ਹੈ ਨਾ, ਕਿਉਂਕਿ ਤੁਸੀਂ PhD ਵੀ ਕਰ ਚੁੱਕੇ ਹੋ। ਅਤੇ ਸਾਨੂੰ ਥੋੜ੍ਹਾ ਜਿਹਾ ਆਪਣੇ ਬਾਰੇ ਦੱਸੋ ਕਿ ਕਿਵੇਂ ਤੁਸੀਂ PhD ਦੇ ਸਟੂਡੈਂਟ ਹੋਣ ਤੋਂ ਬਾਅਦ ਫਿਰ ਤੁਸੀਂ ਧਾਗੀ ਕ੍ਰੀਏਸ਼ਨਸ ਦੀ ਸ਼ੁਰੂਆਤ ਕੀਤੀ, ਫੈਸ਼ਨ ਡਿਜ਼ਾਈਨਿੰਗ ਦੇ ਵਿੱਚ ਤੁਸੀਂ ਆਏ। ਰਾਈਟ। ਸੋ ਮੈਂ ਜੇ ਤੈਨੂੰ ਅਸਲ ਗੱਲ ਦੱਸਾਂ ਤੇ ਮੇਰੀ ਜਿਹੜੀ ਸ਼ੁਰੂਆਤ ਹੈਗੀ ਆ ਮੈਂ ਕਿਤੇ ਵੀ ਕਿਸੇ ਪਲੇਟਫਾਰਮ 'ਤੇ ਸ਼ੇਅਰ ਨਹੀਂ ਕਰ ਪਾਈ। ਚਲੋ ਅੱਜ ਮੈਂ ਦੱਸਣਾ ਚਾਹੂੰਗੀ ਕਿ ਜਦੋਂ ਮੈਂ ਇੰਡੀਅਨ ਆਰਟ ਹਿਸਟਰੀ ਪੜ੍ਹ ਰਹੀ ਸੀਗੀ ਅਤੇ ਉਹਦੇ ਵਿੱਚ ਹੀ ਮੈਂ PhD ਕੀਤੀ ਇੰਡੀਅਨ ਕਾਸਟਿਊਮਸ ਦੇ ਉੱਪਰ। ਇੰਡੀਅਨ ਜੂਲਰੀ ਔਰ ਇੰਡੀਅਨ ਹੇਅਰ ਸਟਾਈਲਸ ਕਿਸ ਤਰ੍ਹਾਂ ਹਜ਼ਾਰਾਂ ਸਾਲਾਂ ਦੇ ਵਿੱਚ ਬਦਲੇ ਨੇ, ਜਦੋਂ ਸਿਵਲਾਈਜੇਸ਼ਨ ਦੀ ਸ਼ੁਰੂਆਤ ਹੋਈ ਹੈ ਉਸ ਤੋਂ ਲੈ ਕੇ ਮਿਡੀਵਲ ਟਾਈਮਸ ਤੱਕ ਕਿਸ ਤਰ੍ਹਾਂ ਅਲੱਗ-ਅਲੱਗ ਫਾਰਮਸ ਦੇ ਵਿੱਚ ਉਹ ਬਦਲ ਕੇ ਆਏ ਨੇ। ਸੋ ਉਸ ਦੌਰਾਨ ਮੇਰੀ ਇੱਕ ਡੈਂਟਲ ਡਾਕਟਰ ਹੈਗੇ ਨੇ ਕੈਨੇਡਾ ਦੇ ਵਿੱਚ, ਉਹਨਾਂ ਨਾਲ ਮੁਲਾਕਾਤ ਹੋਈ ਅਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਕਿਉਂ ਨਹੀਂ ਇਸ ਰੂਪ ਦੇ ਵਿੱਚ ਇਸ ਕੰਮ ਨੂੰ ਕਰਦੇ, ਇਹ ਰੂਪ ਕਿਉਂ ਨਹੀਂ ਦਿੰਦੇ ਆਪਣੇ ਇਸ ਕੰਮ ਨੂੰ। ਸੋ ਮੈਂ ਉਸ ਟਾਈਮ 'ਤੇ ਬਹੁਤ ਲਾਈਟਲੀ ਲਿਆ ਉਹਨਾਂ ਦੇ ਇਸ ਗੱਲ ਨੂੰ, ਅਤੇ ਇੱਕ ਵਾਰ ਸ਼ੁਰੂਆਤ ਕੀਤੀ ਥੋੜ੍ਹੀ ਜਿਹੀ ਇਸ ਕੰਮ ਦੀ, ਪਰ 6 ਮੰਥਸ ਤੱਕ ਫਿਰ ਬੰਦ ਕਰਤਾ। ਅੱਛਾ। ਅਤੇ ਫਿਰ ਅਚਾਨਕ ਮੇਰੇ ਮਨ 'ਚ ਆਇਆ ਕਿ ਮੈਂ ਇੱਕ ਹੋਰ ਟਰਾਈ ਕਰਦੀ ਹਾਂ। ਇੱਕ ਵਾਰ ਫਿਰ ਤੋਂ ਮੈਂ ਸ਼ੁਰੂਆਤ ਕੀਤੀ ਅਤੇ ਉਸ ਤੋਂ ਬਾਅਦ ਫਿਰ ਲਗਾਤਾਰ ਮੈਂ ਇਸ ਪ੍ਰੋਫੈਸ਼ਨ ਨੂੰ ਅਡੋਪਟ ਕਰ ਲਿਆ ਔਰ ਲਗਾਤਾਰ ਇਹਦੇ ਵਿੱਚ ਕੰਮ ਕਰਦੀ ਰਹੀ। ਕਿਉਂਕਿ ਜਦੋਂ ਅਸੀਂ ਕਿਸੇ ਨੂੰ ਸੁਣਦੇ ਹਾਂ ਕਿ ਇਹ ਸਕਾਲਰ ਨੇ, ਇਹ ਰਿਸਰਚਰ ਨੇ, PhD ਹੋਲਡਰ ਨੇ, ਸਭ ਤੋਂ ਪਹਿਲੀ ਆਪਸ਼ਨ ਇਹੀ ਹੁੰਦੀ ਹੈ ਕਿ ਤੁਸੀਂ ਇੱਕ ਵਧੀਆ ਯੂਨੀਵਰਸਿਟੀ ਦੇ ਵਿੱਚ ਜਾ ਕੇ ਵਧੀਆ ਪੋਜੀਸ਼ਨ 'ਤੇ ਪ੍ਰੋਫੈਸਰ ਲੱਗ ਸਕਦੇ ਹੋ। ਅਤੇ ਤੁਹਾਨੂੰ ਇਹ ਨਹੀਂ ਲੱਗਿਆ ਸੀ ਕਿ ਉਹ ਜ਼ਿਆਦਾ ਸੇਫ ਆ, ਜ਼ਿਆਦਾ, ਕਿਉਂਕਿ ਭਾਵੇਂ ਤੁਸੀਂ ਆਪਣੇ ਆਪ ਨੂੰ ਫੈਸ਼ਨ ਡਿਜ਼ਾਈਨਰ ਹੋ ਕਹਿੰਦੇ ਹੋ, ਤਾਂ ਬਹੁਤ ਸਾਰੇ ਲੋਕ ਹਾਲੇ ਵੀ ਕਹਿੰਦੇ ਹੋਣਗੇ ਨਹੀਂ ਉਹ ਬੁਟੀਕ ਹੀ ਆ, ਉਹਨਾਂ ਦਾ ਤਾਂ ਕੰਮ ਬੁਟੀਕ ਹੀ ਚਲਾਉਂਦੇ ਨੇ, ਹੈ ਨਾ। ਮੈਂ ਤੁਹਾਡੀ ਗੱਲ ਪ੍ਰੋਫੈਸ਼ਨ ਨੂੰ ਬਹੁਤ ਛੋਟਾ ਕਰ ਦਿੰਦੇ ਨੇ। ਬਹੁਤ ਤੁਸੀਂ ਬਿਲਕੁਲ ਸਹੀ ਕਿਹਾ। ਮੈਂ ਅੱਜ ਇਸ ਗੱਲ 'ਤੇ ਨਾ ਕਹਿਣਾ ਚਾਹੁੰਦੀ ਸੀ ਕੁਝ ਸਪੈਸ਼ਲ, ਕਿਉਂਕਿ ਜਦੋਂ ਆਪਾਂ ਮਤਲਬ ਕੁਝ ਸਮੇਂ ਪਹਿਲਾਂ ਤੋਂ ਦੇਖ ਰਹੇ ਹਾਂ ਕਿ ਪੰਜਾਬ ਵਿੱਚ ਨਾ ਇੱਕ ਬੁਟੀਕ ਕਨਸੈਪਟ ਚੱਲਦਾ ਆ ਰਿਹਾ, ਕਦੀ ਵੀ ਇੱਕ ਡਿਜ਼ਾਈਨਰ ਦੀ ਫਾਰਮ 'ਚ ਕਿਸੇ ਵੀ ਫੇਸ ਨੂੰ ਇਸ ਤਰ੍ਹਾਂ ਦੀ ਰੈਕੋਗਨੀਸ਼ਨ ਨਹੀਂ ਮਿਲੀ। ਸੋ ਮੈਂ ਜਦੋਂ ਇਸ ਪ੍ਰੋਫੈਸ਼ਨ 'ਚ ਆਈ, ਮੈਂ ਸ਼ੁਰੂਆਤ ਕੀਤੀ, ਮੈਂ ਇਹੀ ਸੋਚਿਆ ਸੀਗਾ ਕਿ ਮੈਂ ਇੱਕ ਬੁਟੀਕ ਪਰਸ ਜਿਹਨੂੰ ਕਹਿੰਦੇ ਆਪਾਂ
ਉਹਦੇ ਵਿੱਚ ਨਹੀਂ ਪੈਣਾ। ਮੈਂ ਇੱਕ ਡਿਜ਼ਾਈਨਰ, ਬਤੌਰ ਇੱਕ ਡਿਜ਼ਾਈਨਰ ਆਪਣੇ ਆਪ ਨੂੰ ਇਸਟੈਬਲਿਸ਼ ਕਰਨਾ ਹੈ। ਸੋ PhD ਕਰਦੇ ਆਫ ਕੋਰਸ ਜਿੱਦਾਂ ਪੰਜਾਬ ਯੂਨੀਵਰਸਿਟੀ 'ਚ ਮੈਂ ਕਰ ਰਹੀ ਸੀਗੀ, ਹੈ ਨਾ, ਅਤੇ ਮੇਰੇ ਜਿਹੜੇ ਸੁਪਰਵਾਈਜ਼ਰ ਨੇ, HOD ਨੇ, ਹੈਡ ਆਫ ਦ ਡਿਪਾਰਟਮੈਂਟ ਯੂਨੀਵਰਸਿਟੀ ਦੇ ਵਿੱਚ, ਉਹਨਾਂ ਨੇ ਮੈਨੂੰ ਬਹੁਤ ਕਿਹਾ ਕਿ ਤੁਸੀਂ ਲੈਕਚਰਰ ਦੇ ਵਿੱਚ, ਮਤਲਬ ਤੁਸੀਂ ਐਜ਼ ਲੈਕਚਰਰ ਯੂਨੀਵਰਸਿਟੀ 'ਚ ਪੜ੍ਹਾਉਣਾ, ਕਿਉਂਕਿ ਅਸੀਂ ਕਲਾਸਿਸ ਵੀ ਲੈਂਦੀ ਹੁੰਦੀ ਸੀ ਮੈਂ। ਅਤੇ ਉਹ ਕਹਿੰਦੇ ਕਿ ਨਹੀਂ, ਤੁਸੀਂ ਕਿਸੇ ਵੀ ਹੋਰ ਪ੍ਰੋਫੈਸ਼ਨ 'ਚ ਨਹੀਂ ਜਾਣਾ, ਬਟ ਸ਼ਾਇਦ ਕਹਿੰਦੇ ਵੀ ਜਿੱਦੀ ਕਿਸਮਤ 'ਚ ਜੋ ਲਿਖਿਆ ਹੁੰਦਾ ਉਹਨੂੰ ਉਹੀ ਮਿਲਦਾ, ਅਤੇ ਆਪਣੇ ਆਪ ਕੁਦਰਤ ਉਹਨੂੰ ਉਸ ਪਾਸੇ ਲੈ ਜਾਂਦੀ ਹੈ। ਸੋ ਐਜ਼ ਡਿਜ਼ਾਈਨਰ ਮੈਂ ਚਾਹੁੰਦੀ ਸੀ ਕਿ ਆਪਣੇ ਆਪ ਨੂੰ ਇਸਟੈਬਲਿਸ਼ ਕਰਾਂ, ਔਰ ਇਹ ਮਤਲਬ ਸਿਰਫ 3-4 ਸਾਲ ਦੇ ਵਿੱਚ ਹੀ ਮੈਂ ਇਸ ਮਤਲਬ ਮੇਰੇ ਐਕਸਪੀਰੀਅੰਸ ਜਿਹੜਾ ਹੈਗਾ 4 to 5 years ਦਾ ਹੀ ਹੈਗਾ, ਪਰ ਇਹਨਾਂ ਸਾਲਾਂ ਦੇ ਵਿੱਚ ਮੈਂ ਬਹੁਤ ਚੇਂਜ ਦੇਖਿਆ ਕਿ ਉਹ ਜਿਹੜਾ ਬੁਟੀਕ ਕਨਸੈਪਟ ਹੈ ਉਹਨੂੰ ਬਦਲ ਕੇ ਅੱਜ ਡਿਜ਼ਾਈਨਰਸ ਦੀ ਕੈਟੇਗਰੀ ਇੱਕ ਸਟਾਰਟ ਹੋ ਗਈ ਹੈ, ਔਰ ਪੰਜਾਬ ਵਿੱਚ ਡਿਜ਼ਾਈਨਰਸ ਨੂੰ ਰੈਕਗਨੀਸ਼ਨ ਮਿਲ ਰਹੀ ਹੈ। ਜਦੋਂ ਅਸੀਂ ਗੱਲ ਕਰਦੇ ਹਾਂ ਵੀ ਗਾਣਿਆਂ ਦੇ ਵਿੱਚ ਕਾਸਟਿਊਮਸ ਪਾਉਣ ਦੀ ਜਾਂ ਫਿਲਮਾਂ ਦੇ ਵਿੱਚ ਕਾਸਟਿਊਮ ਪਾਉਣ, ਉਦੋਂ ਸਾਨੂੰ ਹੁੰਦਾ ਕਿ ਸਾਡਾ ਇੱਕ ਲੋਕਲ ਡਿਜ਼ਾਈਨਰ ਹੋਵੇ ਜਿਹੜਾ ਕਿ ਸਾਡੇ ਕਲਚਰ ਨੂੰ ਚੰਗੀ ਤਰ੍ਹਾਂ ਸਮਝਦਾ, ਸਾਡੀ ਸੌਂਗ ਦੀ ਥੀਮ ਨੂੰ ਜਾਂ ਫਿਰ ਫਿਲਮ ਦੀ ਥੀਮ ਨੂੰ ਸਮਝ ਕੇ ਉਸ ਅਕੋਰਡਿੰਗ ਸਾਡੇ ਕੱਪੜੇ ਡਿਜ਼ਾਈਨ ਕਰੂਗਾ, ਹੈ ਨਾ। ਪਰ ਜਦੋਂ ਕਿਤੇ ਅਵਾਰਡ ਸ਼ੋਜ਼ ਦੀ ਗੱਲ ਹੁੰਦੀ ਹੈ ਤਾਂ ਅਸੀਂ ਉੱਥੇ ਕਦੇ ਵੀ ਸੂਟ ਪਾਉਣਾ ਪ੍ਰੈਫਰ ਨਹੀਂ ਕਰਦੇ, ਤਾਂ ਉੱਥੇ ਤੁਹਾਨੂੰ ਲੱਗਦਾ ਹੈ ਕਿ ਥੋੜ੍ਹਾ ਜਿਹਾ ਮਾਈਂਡ ਸੈਟਅਪ ਚੇਂਜ ਹੋਣਾ ਚਾਹੀਦਾ ਹੈ ਕਿ ਤੁਸੀਂ ਜਿਹੜੇ ਸੂਟ ਨੇ ਉਹਨਾਂ ਨੂੰ ਵੀ ਐਜ਼ ਅ ਆਊਟਫਿਟ ਤੁਸੀਂ ਕਿਸੇ ਵੀ ਅਵਾਰਡ ਫੰਕਸ਼ਨ ਦੇ ਵਿੱਚ ਜਾਂ ਪਾਰਟੀਜ਼ ਦੇ ਵਿੱਚ ਪਾ ਕੇ ਜਾ ਸਕਦੇ ਹੋ? ਜੀ ਡੈਫੀਨੇਟਲੀ ਇਹ ਚੇਂਜ ਤੁਸੀਂ ਖੁਦ ਵੀ ਮਹਿਸੂਸ ਕਰੋਗੇ, ਰੀਸੈਂਟ ਕੁਝ ਸਾਲਾਂ 'ਚ ਆਇਆ। ਬਹੁਤ ਸਟਰੋਂਗ ਪ੍ਰੈਜ਼ੈਂਸ ਹੈਗੀ ਆ ਇੰਡੀਅਨ ਵੇਅਰ ਦੀ, ਔਰ ਸਪੈਸ਼ਲੀ ਅਗਰ ਆਪਾਂ ਗੱਲ ਕਰੀਏ ਪੰਜਾਬੀ ਕਾਸਟਿਊਮਸ ਦੀ, ਹੁਣ ਇੱਕ ਬਹੁਤ ਸਟਰੋਂਗ ਡਿਮਾਂਡ ਹੈਗੀ ਹੈ। ਔਰ ਇਹ ਸ਼ਾਇਦ ਡਿਜ਼ਾਈਨਰਸ ਦੀ ਅਲੱਗ-ਅਲੱਗ, ਮੈਂ ਕਲੈਕਟਿਵ ਸਾਰਿਆਂ ਦੀ ਗੱਲ ਕਰਾਂਗੀ, ਮੈਂ ਸਿਰਫ ਆਪਣੀ ਗੱਲ ਨਹੀਂ ਕਰਾਂਗੀ, ਸਾਰਿਆਂ ਦੀ ਹੀ ਮਿਹਨਤ ਹੈਗੀ ਹੈ ਕਿ ਅੱਜ ਜਿਹੜੇ ਆਰਟਿਸਟ ਹੈਗੇ ਆ, ਚਾਹੇ ਉਹ ਕਿਸੇ ਵੀ ਪਲੇਟਫਾਰਮ 'ਤੇ ਆਪਣੇ ਮਿਊਜ਼ਿਕ ਰਿਲੀਜ਼ ਕਰ ਰਹੇ ਨੇ, ਆਪਣੇ ਫੰਕਸ਼ਨਸ ਕਰ ਰਹੇ ਨੇ, ਆਪਣੀ ਕੋਈ ਵੀ ਪ੍ਰੈਸ ਕਾਨਫਰੰਸਿਸ ਕਰ ਰਹੇ ਨੇ, ਕੁਛ ਵੀ ਇਸ ਤਰ੍ਹਾਂ ਦੀ ਸੋਸ਼ਲ ਗੈਦਰਿੰਗਸ ਵਿੱਚ ਜਾ ਰਹੇ ਨੇ। ਔਰ ਨਾ ਸਿਰਫ ਆਰਟਿਸਟ ਬਲਕਿ ਆਮ ਲੋਕ ਵੀ ਜਿਹੜੇ ਕਿਸੇ ਵੀ ਖਾਸ ਵੈਡਿੰਗਸ ਤੋਂ ਇਲਾਵਾ ਕਿਸੇ ਹੋਰ ਓਕੇਜ਼ਨਸ 'ਤੇ ਜਾ ਰਹੇ ਨੇ, ਬਹੁਤ ਪਸੰਦ ਕਰ ਰਹੇ ਨੇ, ਪ੍ਰੈਫਰ ਕਰ ਰਹੇ ਨੇ ਇਹ ਚੀਜ਼ਾਂ ਪਾਉਣਾ। ਸੋ ਇੱਕ ਚੇਂਜ ਆਇਆ, ਬਹੁਤ ਵੱਡਾ ਚੇਂਜ ਆਇਆ, ਔਰ ਇਸ ਚੀਜ਼ ਨੂੰ ਹੁਣ ਬਹੁਤ ਲਗਜ਼ੂਰੀਅਸ ਮੰਨਿਆ ਜਾ ਰਿਹਾ, ਔਰ ਇਹਨਾਂ ਦੀ ਇੱਕ ਜਿਹੜੀ ਸਮਝ ਹੈ ਲੋਕਾਂ ਦੇ ਵਿੱਚ ਬਣ ਪਾਈ ਹੈ। ਮੈਂ ਇੱਕ ਇੰਟਰਵਿਊ ਦੇ ਵਿੱਚ ਸੁਣ ਰਹੀ ਸੀ, ਕਿਉਂਕਿ ਧਾਗੇ ਕ੍ਰੀਏਸ਼ਨਸ ਨੂੰ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਡਿਫਾਈਨ ਕਰਦੇ ਹੋ ਕਿ ਧਾਗੇ ਹੀ ਤੁਸੀਂ ਨਾਮ ਕਿਉਂ ਰੱਖਿਆ। ਮੈਂ ਚਾਹੂੰਗੀ ਕਿ ਸਾਡੀ ਆਡੀਅנס ਦੇ ਲਈ ਵੀ ਤੁਸੀਂ ਦੱਸੋ ਕਿ ਤੁਸੀਂ ਇਹੀ ਇੱਕ ਪਰਫੈਕਟ ਨਾਮ ਕਿਉਂ ਚੁਣਿਆ ਆਪਣੀ ਕ੍ਰੀਏਸ਼ਨ ਦੇ ਲਈ। ਮੈਂ ਇੱਕ ਥੋੜ੍ਹਾ ਜਿਹਾ ਤੁਹਾਡੀ ਨੌਲੇਜ ਵਿੱਚ ਇੱਕ ਚੇਂਜ ਵੀ ਲਿਆਉਣਾ ਚਾਹੁੰਦੀ ਹਾਂ ਕਿ ਇੱਕ ਧਾਗੇ ਕ੍ਰੀਏਸ਼ਨਸ ਤੋਂ ਸ਼ੁਰੂਆਤ ਜਿਹੜੀ ਸੀਗੀ, ਉਹ ਇਸ ਲੇਬਲ, ਇਸ ਡਿਜ਼ਾਈਨਰ ਲੇਬਲ ਦਾ ਨਾਂ ਸੀਗਾ ਧਾਗੇ ਕ੍ਰੀਏਸ਼ਨਸ। ਬਟ ਜਿਸ ਤਰ੍ਹਾਂ ਮੈਂ ਕੰਮ ਆਪਣਾ ਕੀਤਾ, ਬਹੁਤ ਸਾਰੇ ਲੋਕ ਚਾਹੁੰਦੇ ਸੀਗੇ ਕਿ ਇੱਕ ਅਲੱਗ ਪਹਿਚਾਨ ਹੋਏ ਇਸ ਨਿਮਰਤ ਦੇ ਡਿਜ਼ਾਈਨਸ ਦੀ, ਅਤੇ ਆਪਣਾ ਨਾਮ ਜਿਹੜਾ ਹੈਗਾ ਨਿਮਰਤ ਕਾਹਲੋਂ ਦੇ ਵਜੋਂ ਹੁਣ ਇੱਕ ਪਿਛਲੇ ਕੁਝ ਸਾਲਾਂ ਤੋਂ ਚੱਲ ਰਿਹਾ ਹੈ। ਸੋ ਇੱਕ ਧਾਗੇ ਕ੍ਰੀਏਸ਼ਨਸ ਤੋਂ ਨਿਮਰਤ ਕਾਹਲੋਂ ਹੋ ਚੁੱਕਿਆ ਹੈ। ਸੋ ਹੁਣ ਨਿਮਰਤ ਕਾਹਲੋਂ ਦੇ ਨਾਂ ਤੋਂ ਲੋਕ ਜਾਣਦੇ ਨੇ ਮੇਰੇ ਇਸ ਕੰਮ ਨੂੰ, ਮੇਰੀ ਡਿਜ਼ਾਈਨਸ ਨੂੰ, ਮੇਰੇ ਕੰਮ ਨੂੰ। ਸੋ ਤਾਂ ਸ਼ੁਰੂਆਤ ਜਿਹੜੀ ਸੀ ਉਹ ਧਾਗੇ ਕ੍ਰੀਏਸ਼ਨਸ ਤੋਂ ਹੀ ਸੀਗੀ। ਧਾਗੇ ਜਿਹੜਾ ਇੱਕ ਨਾਮ ਦਿੱਤਾ ਗਿਆ, ਉਹ ਇਸ ਲਈ ਦਿੱਤਾ ਗਿਆ ਕਿ ਧਾਗੇ ਜਿਹੜੇ ਹੈਗੇ ਉਹ ਰੂਟ ਕਾਜ਼ ਹੈਗੇ, ਉਹ ਸ਼ੁਰੂਆਤ ਹੈਗੀ ਹਰ ਚੀਜ਼ ਦੀ, ਚਾਹੇ ਉਹ ਫੈਬਰਿਕ ਦੀ, ਚਾਹੇ ਉਹ ਕਿਸੇ ਦੀ ਵੀ ਚੀਜ਼ ਦੀ। ਬਿਲਕੁਲ। ਮੈਂ ਤੁਹਾਡਾ ਇੰਸਟਾਗ੍ਰਾਮ ਦੇਖ ਰਹੀ ਸੀ ਤਾਂ ਉੱਥੇ ਲਿਖਿਆ ਹੋਇਆ ਸੀਗਾ ਸਾਡੇ 6000 ਤੋਂ ਵੀ ਜ਼ਿਆਦਾ ਕਲਾਇੰਟਸ ਨੇ, ਹੈ ਨਾ। ਤਾਂ ਇੰਨੇ ਸਾਰੇ ਲੋਕਾਂ ਨੂੰ ਤੁਸੀਂ ਪਿਛਲੇ 6 ਸਾਲਾਂ ਦੇ ਵਿੱਚ ਆਪਣੇ ਨਾਲ ਕਿਵੇਂ ਜੋੜਿਆ, ਜਾਂ ਕਿਹੋ ਜਿਹੇ ਕਲਾਇੰਟਸ ਨੇ ਤੁਹਾਡੇ, ਕਿਹੋ ਜਿਹਾ ਉਹਨਾਂ ਦਾ ਟੇਸਟ ਆ, ਥੋੜ੍ਹਾ ਜਿਹਾ ਉਸ ਚੀਜ਼ ਬਾਰੇ ਵੀ ਸਾਨੂੰ ਦੱਸੋ। ਸੋ ਜਦੋਂ ਸ਼ੁਰੂਆਤ ਹੋਈ ਸੀ, ਸੋ ਮੈਂ ਤੁਹਾਨੂੰ ਇੱਕ ਮਤਲਬ ਸਪੈਸ਼ਲ ਗੱਲ ਦੱਸਣਾ ਚਾਹੂੰਗੀ ਕਿ ਸ਼ੁਰੂਆਤ ਦੇ ਵਿੱਚ ਬਹੁਤ ਬੇਸਿਕ ਜਿਹੜਾ ਕਲਾਇੰਟ ਬੇਸ ਸੀਗਾ ਮੇਰਾ, ਕਿਉਂਕਿ ਮੈਂ ਸ਼ੁਰੂਆਤ ਕੀਤੀ ਸੀ ਬਹੁਤ ਹੀ ਲਾਈਟ ਜੇ, ਮਤਲਬ ਕੋਈ ਵੀ ਪ੍ਰੋਫੈਸ਼ਨ ਜਿਹੜਾ ਜਦੋਂ ਕੋਈ ਨਵੇਂ ਤਰੀਕੇ ਨਾਲ ਉੱਠਦਾ ਹੈਗਾ ਤੇ ਉਹਦੀ ਸ਼ੁਰੂਆਤ ਬੜੀ ਸਿੰਪਲ ਹੁੰਦੀ ਹੈ। ਸੋ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਲੋਕ ਜੁੜਦੇ ਗਏ, ਔਰ ਹੁਣ ਅੱਜ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੇਰਾ ਜਿਹੜਾ ਕਲਾਇੰਟ ਬੇਸ ਉਹ ਬਹੁਤ ਵੱਧ ਚੁੱਕਿਆ ਹੈ। ਨਾ ਸਿਰਫ ਹਰਿਆਣਾ, ਪੰਜਾਬ, ਦਿੱਲੀ, ਇਹ 3-4 ਸਟੇਟਸ, ਬਲਕਿ ਦੇਸ਼ ਤੇ ਵਿਦੇਸ਼, ਜਿਹੜੇ ਦੂਸਰੇ ਦੇਸ਼ ਹੈਗੀਆਂ ਉਹਨਾਂ ਕੰਟਰੀਜ਼ ਤੋਂ ਵੀ ਲੋਕ ਮੇਰੇ ਨਾਲ ਜੁੜ ਚੁੱਕੇ ਨੇ, ਔਰ ਮੇਰੇ ਡਿਜ਼ਾਈਨਸ ਨੂੰ ਪਸੰਦ ਕਰ ਰਹੇ ਨੇ। ਤੁਸੀਂ ਕੀ ਸਮਝਦੇ ਹੋ ਨਿਮਰਤ ਕਿ ਲੋਕ ਤੁਹਾਡੇ ਨਾਲ ਕਿਸ ਤਰੀਕੇ ਨਾਲ ਛੇਤੀ ਜੁੜਦੇ ਨੇਗੇ? ਜਦੋਂ ਤੁਸੀਂ ਮੰਨ ਲਓ ਇੱਕ, ਜਿੱਦਾਂ ਆਪਣੇ ਹੁਣ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਟਰੈਂਡ ਚੱਲ ਰਿਹਾ ਹੈ ਕਿ ਤੁਸੀਂ ਕਿਸੇ ਵੀ ਇੱਕ ਦੁਕਾਨ ਤੋਂ ਕੱਪੜੇ ਲਿਆ ਕੇ ਤੁਸੀਂ ਅੱਗੋਂ ਉਹਨਾਂ ਨੂੰ ਸੇਲ ਕਰ ਸਕਦੇ ਹੋ, ਹੈ ਨਾ। ਇੱਕ ਬੁਟੀਕਸ ਉਸ ਤਰੀਕੇ ਦੇ ਨਾਲ ਵੀ ਚੱਲ ਰਹੀਆਂ ਨੇਗੀਆਂ, ਕਈ ਡਿਜ਼ਾਈਨਰ ਉੱਦਾਂ ਵੀ ਕੰਮ ਕਰ ਰਹੇ ਨੇਗੇ। ਪਰ ਜਿਵੇਂ ਤੁਸੀਂ ਡਿਜ਼ਾਈਨਰ ਹੋ, ਤੁਹਾਨੂੰ ਕੀ ਲੱਗਦਾ ਹੈ ਕਿ ਜਦੋਂ ਤੁਸੀਂ ਖੁਦ ਦੇ ਡਿਜ਼ਾਈਨ ਕ੍ਰੀਏਟ ਕਰ ਦਿਓ ਤਾਂ ਲੋਕ ਉਦੋਂ ਤੁਹਾਡੇ ਨਾਲ ਛੇਤੀ ਜੁੜਦੇ ਨੇਗੇ? ਜੀ
ਓਰੀਜਨੈਲਿਟੀ ਜਿਹੜੀ ਹੈਗੀ ਉਹ ਹਰ ਚੀਜ਼ ਦਾ ਮੇਨ ਫੋਕਲ ਪੁਆਇੰਟ ਹੁੰਦਾ। ਜਦੋਂ ਵੀ ਤੁਸੀਂ ਕੁਝ ਓਰੀਜਨਲ ਪੇਸ਼ ਕਰਦੇ ਹੋ, ਉਹਨੂੰ ਇੱਕ ਨਵੇਕਲਾਪਨ ਦਿੰਦੇ ਹੋ, ਉਹਦੇ ਵਿੱਚ ਆਪਣੀ ਇੱਕ ਪਰਸਨੈਲਿਟੀ ਦੀ ਝਲਕ ਹੁੰਦੀ ਹੈ। ਜੋ ਵੀ ਡਿਜ਼ਾਈਨਰ ਕੰਮ ਕਰ ਰਹੇ ਜਾਂ ਕੋਈ ਵੀ ਆਰਟਿਸਟ ਕੰਮ ਕਰ ਰਿਹਾ ਕਿਸੇ ਵੀ ਕੈਟੇਗਰੀ 'ਚ, ਉਹਦਾ ਇੱਕ ਆਪਣਾ ਆਪ ਜਿਹੜਾ ਹੈਗਾ ਉਹਦੇ ਕੰਮ 'ਚ ਰਿਫਲੈਕਟ ਹੁੰਦਾ ਹੈ। ਸੋ ਮੈਨੂੰ ਲੱਗਦਾ ਹੈ ਕਿ ਸ਼ਾਇਦ ਜਿਹੜੀ ਮੇਰੀ ਆਪਣੀ ਇੱਕ ਅੰਡਰਸਟੈਂਡਿੰਗ ਹੈ ਚੀਜ਼ਾਂ ਲਈ, ਉਹ ਸਾਰੀ ਮੇਰੇ ਕੰਮ ਦੇ ਵਿੱਚ ਰਿਫਲੈਕਟ ਹੁੰਦੀ ਹੈ, ਔਰ ਸ਼ਾਇਦ ਉਹਦੇ ਕਰਕੇ ਲੋਕ ਮੇਰੇ ਨਾਲ ਇੰਨਾ ਜੁੜ ਪਾ ਰਹੇ ਨੇ ਔਰ ਇਸ ਤਰੀਕੇ ਨਾਲ ਮੇਰੇ ਡਿਜ਼ਾਈਨਸ ਨੂੰ ਪਸੰਦ ਕਰ ਰਹੇ ਨੇ। ਜਿਵੇਂ ਅਸੀਂ ਕਹਿ ਦਿੰਦੇ ਹਾਂ ਕਿ ਇਸ ਚੀਜ਼ ਦਾ ਤਾਂ ਹੁਣ ਫੈਸ਼ਨ ਨਹੀਂ ਰਿਹਾ ਹੈਗਾ, ਹੈ ਨਾ, ਜਾਂ ਹੁਣ ਲੋਕੀ ਆਹ ਚੀਜ਼ਾਂ ਪਸੰਦ ਨਹੀਂ ਕਰਦੇ, ਜਾਂ ਹੁਣ ਇਹ ਆਊਟਡੇਟਡ ਹੋ ਗਈਆਂ, ਹੈ ਨਾ। ਅਤੇ ਇਹ ਇੱਕ ਫੈਸ਼ਨ ਡਿਜ਼ਾਈਨਰ ਦੇ ਲਈ ਖਾਸ ਤੌਰ 'ਤੇ ਤੁਹਾਡੇ ਲਈ ਫੈਸ਼ਨ ਦੀ ਡੈਫੀਨੇਸ਼ਨ ਕੀ ਹੁੰਦੀ ਆ, ਜਾਂ ਫਿਰ ਸਟਾਈਲ ਦੀ ਡੈਫੀਨੇਸ਼ਨ ਕੀ ਹੁੰਦੀ ਹੈ? ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਸੀਗੇ ਕਿ ਆਪਾਂ ਚੀਜ਼ਾਂ ਨੂੰ ਕਹਿੰਦੇ ਕਿ ਇਹ ਚੀਜ਼ ਹੁਣ ਕਰੰਟ ਫੈਸ਼ਨ 'ਚ ਹੈਗੀ ਆ ਜਾਂ ਵੋਗ 'ਚ ਹੈਗੀ ਆ ਜਾਂ ਨਹੀਂ ਹੈਗੀ ਆ। ਸੋ ਮੈਂ ਜਿਸ ਤਰ੍ਹਾਂ ਇਤਿਹਾਸ ਪੜ੍ਹਿਆ ਹੈ ਨਾ, ਇਹਨਾਂ ਚੀਜ਼ਾਂ ਨੂੰ ਦੇਖਿਆ ਬਹੁਤ ਕਰੀਬ ਤੋਂ ਹੋ ਕੇ, ਮਿਊਜ਼ੀਅਮਸ ਦੀ ਜਿਹੜੀ ਕਲੈਕਸ਼ਨਸ ਆ, ਆਰਟ ਗੈਲਰੀਜ਼ 'ਚ ਜਿਹੜੀਆਂ ਟੈਕਸਟਾਈਲਸ ਨੇ, ਕਿਸ ਤਰ੍ਹਾਂ ਹਜ਼ਾਰੋਂ ਸਾਲ ਦੇ ਵਿੱਚ ਇੱਕ ਡਿਵੈਲਪਮੈਂਟ ਆਈ, ਇੱਕ ਚੇਂਜ ਆਇਆ, ਅਲੱਗ-ਅਲੱਗ ਸ਼ੇਪਸ ਕਾਸਟਿਊਮਸ ਨੇ ਲਈ, ਫਿਰ ਉਸ ਤੋਂ ਬਾਅਦ ਉਹਦੀ ਇੱਕ ਰੈਪੀਟੀਸ਼ਨ ਜਿਹੜੀ ਹੈ ਉਹ ਦਿਖਦੀ ਹੈ। ਸੋ ਇਹ ਜਿਹੜੀ ਚੀਜ਼ ਹੈ, ਇਹ ਰੈਪੀਟੀਸ਼ਨ ਹੈ ਹਰ ਚੀਜ਼ ਦੀ ਜੋ ਪਾਸਟ ਵਿੱਚ ਹੋ ਚੁੱਕਿਆ ਹੈ। ਇਨਸਾਨ ਹਮੇਸ਼ਾ ਆਪਣੇ ਐਕਸਪੀਰੀਅੰਸਿਸ ਤੋਂ ਲਰਨ ਕਰਦਾ। ਜੋ ਚੀਜ਼ਾਂ ਆਪਾਂ ਪਹਿਲਾਂ ਪਾਈਆਂ ਹੋਈਆਂ ਨੇ, ਹੰਡਾਈਆਂ ਹੋਈਆਂ ਨੇ, ਉਹ ਅੱਜ ਫਿਰ ਰਿਪੀਟ ਹੋ ਰਹੀਆਂ ਨੇ। ਸੋ ਫੈਸ਼ਨ ਜਿਹੜਾ ਬੜਾ ਵੋਲੇਟਾਈਲ ਹੈਗਾ, ਉਹ ਬੜਾ ਚੇਂਜ ਹੁੰਦਾ ਹੈ, ਬੜਾ ਫਲਕਚੁਏਟ ਹੁੰਦਾ ਹੈ। ਫਿਰ ਇਹ ਰੀਜਨਲ ਜਿਹੜੀ ਰੀਜਨ ਟੂ ਰੀਜਨ ਵੀ ਡਿਪੈਂਡ ਕਰਦਾ। ਬਹੁਤ ਸਾਰੇ ਸਰਕਮਸਟੈਂਸਿਸ ਨੇ ਜੋ ਇਹਨੂੰ ਇਨਫਲੂਐਂਸ ਕਰਦੇ ਨੇ। ਸੋ ਕੋਈ ਇੱਕ ਚੀਜ਼ ਨੂੰ ਆਪਾਂ ਇਨ ਫੈਸ਼ਨ ਨਹੀਂ ਕਹਿ ਸਕਦੇ, ਇੱਕ ਚੀਜ਼ ਨੂੰ ਡਿਫਾਈਨ ਨਹੀਂ ਕਰ ਸਕਦੇ ਕਿ ਇਹੀ ਪਰਟੀਕੂਲਰ ਹੈ ਜਿਹੜਾ ਟ੍ਰੈਂਡ ਵਿੱਚ ਹੈਗਾ। ਮਾਰਕੀਟ ਟ੍ਰੈਂਡਸ ਚੇਂਜ ਹੁੰਦੇ ਰਹਿੰਦੇ ਨੇ, ਫੈਸ਼ਨ ਆਪਣੀ ਫਾਰਮ ਬਦਲਦਾ ਰਹਿੰਦਾ ਹੈ ਐਜ਼ ਪਰ ਜਿਸ ਤਰ੍ਹਾਂ ਦੀ ਲੋਕਾਂ ਦੀ ਪਸੰਦ ਹੈਗੀ, ਜਿਸ ਤਰ੍ਹਾਂ ਦੀ ਲੋਕਾਂ ਦੀ ਡਿਮਾਂਡ ਹੈਗੀ ਹੈ। ਹੁਣ ਅੱਜ ਕੱਲ੍ਹ ਲੋਕੀ ਕੀ ਜ਼ਿਆਦਾ ਪਾਉਣਾ ਪਸੰਦ ਕਰਦੇ ਨੇ? ਕਿਉਂਕਿ ਅਸੀਂ ਦੇਖ ਰਹੇ ਹਾਂ, ਮੈਂ ਵੀ ਆਪਣੇ ਮਦਰ ਦਾ ਇੱਕ ਸੂਟ ਆਪਣੇ ਲਈ ਫਿੱਟ ਕਰਾਇਆ, ਹੈ ਨਾ, ਜਿਹੜਾ ਕਿ 24-25 ਸਾਲ ਪੁਰਾਣਾ ਆ। ਕਿਤੇ ਉਹਨੂੰ ਜਦੋਂ ਮੈਂ ਅੱਜ ਵੀ ਪਾਉਂਦੀ ਹਾਂ ਤਾਂ ਸਾਰੇ ਪੁੱਛਦੇ ਨੇ ਵੀ ਆਹ ਤੁਸੀਂ ਸੂਟ ਕਿੱਥੋਂ ਲਿਆ, ਹੈ ਨਾ। ਉਹਨਾਂ ਨੂੰ ਲੱਗਦਾ ਕਿ ਇਹ ਅੱਜ ਦੇ ਟਾਈਮ ਦਾ ਸੂਟ ਹੈ, ਇੰਨਾ ਪੁਰਾਣਾ ਡਿਜ਼ਾਈਨ ਉਹਨਾਂ ਨੂੰ ਲੱਗਦਾ ਨਹੀਂ, ਜਾਂ ਉਹ ਕਲਰ ਇੰਨਾ ਜ਼ਿਆਦਾ ਪੁਰਾਣਾ ਨਹੀਂ ਲੱਗਦਾ ਹੈਗਾ। ਤਾਂ ਅੱਜ ਲੋਕੀ ਕਿਉਂਕਿ ਤੁਸੀਂ ਜ਼ਿਆਦਾ ਲੋਕਾਂ ਨਾਲ ਉਸ ਤਰੀਕੇ ਦੇ ਨਾਲ ਉਸ ਐਸਪੈਕਟ ਦੇ ਵਿੱਚ ਡੀਲ ਕਰਦੇ ਹੋ, ਅੱਜ ਕੱਲ੍ਹ ਲੋਕੀ ਕੀ ਜ਼ਿਆਦਾ ਪਾਉਣਾ ਪਸੰਦ ਕਰਦੇ ਨੇ, ਖਾਸ ਤੌਰ 'ਤੇ ਲੇਡੀਜ਼? ਸੋ ਮੈਂ ਇੱਕ ਜਨਰਲ ਥਾਟ ਨਹੀਂ ਦੇ ਸਕਦੀ ਇਸ ਗੱਲ 'ਤੇ, ਕਿਉਂਕਿ ਬਹੁਤ ਸਾਰੇ ਲੋਕਾਂ ਦੀ ਪਸੰਦ, ਹਰ ਇੱਕ ਨੂੰ ਪੀਲਾ ਕਲਰ ਨਹੀਂ ਪਸੰਦ, ਹਰ ਇੱਕ ਨੂੰ ਗੁਲਾਬੀ ਨਹੀਂ ਪਸੰਦ। ਸੋ ਬਹੁਤ ਸਾਰੇ ਲੋਕਾਂ ਦੀ ਆਪਣੀ ਆਪਣੀ ਚੋਇਸ ਹੈ। ਬਟ ਹਾਂ, ਇਹ ਕਿਹਾ ਜਾ ਸਕਦਾ ਕਿ ਉਹ ਚੀਜ਼ਾਂ ਜੋ ਪਹਿਲਾਂ ਚੱਲਦੀਆਂ ਸੀਗੀਆਂ, ਜੋ ਸਾਡੇ ਮਦਰਸ ਨੇ, ਗ੍ਰੈਂਡ ਮਦਰਸ ਨੇ ਸੰਭਾਲ ਕੇ ਰੱਖੀਆਂ ਸੀ, ਅੱਜ ਸਾਨੂੰ ਬਹੁਤ ਅੱਛੀਆਂ ਲੱਗ ਰਹੀਆਂ ਨੇ, ਕਿਉਂਕਿ ਅਸੀਂ ਬੋਰ ਹੋ ਚੁੱਕੇ ਹਾਂ ਜਿਹੜੀਆਂ ਚੀਜ਼ਾਂ ਆਪਾਂ ਆਮ ਮਾਰਕੀਟ 'ਚ ਦੇਖਦੇ ਹਾਂ, ਕਿਉਂਕਿ ਉਹਨਾਂ ਦੀ ਇੱਕ ਹੈਰੀਟੇਜ ਵੈਲਿਊ ਨਹੀਂ ਹੈਗੀ। ਇਹਨਾਂ ਚੀਜ਼ਾਂ ਦੀ ਹੈਰੀਟੇਜ ਵੈਲਿਊ ਆ। ਨਾ ਸਿਰਫ ਤੁਸੀਂ ਫੈਸ਼ਨ 'ਚ ਦੇਖੋਗੇ, ਤੁਸੀਂ ਆਰਕੀਟੈਕਚਰ 'ਚ ਦੇਖੋਗੇ, ਜੋ ਡੋਮਸ, ਜੋ ਆਰਕੀਟੈਕਚਰਲ ਨੀਸ਼ਸ ਚੱਲਦੇ ਸੀਗੇ, ਜੋ ਆਰਚਸ ਹੁੰਦੇ ਸੀ, ਉਹ ਫਿਰ ਤੋਂ ਰਿਪੀਟ ਹੋ ਰਹੇ ਨੇ, ਉਹਨਾਂ ਦੀ ਇੰਪੋਰਟੈਂਸ ਵੱਧ ਰਹੀ ਹੈ। ਸੋ ਇਹ ਦੌਰ ਹਮੇਸ਼ਾ ਚੱਲਦਾ ਰਿਹਾ। ਜਿਹੜਾ ਅੱਜ ਆਪਾਂ ਪਾ ਰਹੇ, ਮੇਬੀ ਆਪਣੀ ਨੈਕਸਟ ਜਨਰੇਸ਼ਨ ਜਿਹੜੀ ਹੈਗੀ ਕੁਝ ਸਾਲਾਂ ਬਾਅਦ ਇਹਨਾਂ ਨੂੰ ਬਹੁਤ ਵੈਲਿਊ ਕਰੇਗੀ, ਇਹਨਾਂ ਦੀ ਜਿਹੜੀ ਕੀਮਤ ਹੈ ਸਮਝੇਗੀ, ਔਰ ਇਹਨਾਂ ਨੂੰ ਬਹੁਤ ਪਸੰਦ ਕਰੇਗੀ। ਸੋ ਇਹ ਇੱਕ ਹਿਊਮਨ ਟੈਂਡੈਂਸੀ ਹੈਗੀ ਹੈ ਕਿ ਜੋ ਚੀਜ਼ਾਂ ਪਹਿਲਾਂ ਸੀਗੀਆਂ ਆਪਾਂ ਉਹਨੂੰ ਵੈਲਿਊ ਕਰਦੇ ਹਾਂ, ਔਰ ਉਹਨਾਂ ਤੋਂ ਕਿਉਂਕਿ ਉਹ ਬਹੁਤ ਪੁਰਾਣੀਆਂ ਨੇ, ਉਹ ਬਹੁਤ ਅਲੱਗ ਨੇ ਅੱਜ ਦੇ ਟਾਈਮ ਤੋਂ, ਅਤੇ ਅਸੀਂ ਉਹਨਾਂ ਨੂੰ ਉਸ ਤਰ੍ਹਾਂ ਐਪਰੀਸ਼ੀਏਟ ਕਰਦੇ ਹਾਂ। ਅਤੇ ਉਹੀ ਚੀਜ਼ਾਂ ਹੁਣ ਆ ਰਹੀਆਂ ਨੇ। ਜਿਸ ਤਰ੍ਹਾਂ ਤੁਸੀਂ ਝਾਲਰਾਂ ਦੇਖੋਗੇ ਦੁਪੱਟੇ 'ਤੇ, ਬਹੁਤ ਪਸੰਦ ਕਰਦੀਆਂ ਨੇ ਕੁੜੀਆਂ। ਦੁਪੱਟਿਆਂ 'ਤੇ ਝਾਲਰਾਂ ਹੋ ਗਈਆਂ, ਪੌਂਚੇ ਸਲਵਾਰ ਦੇ ਇੱਕ ਟਿਪੀਕਲ ਟਾਈਪ ਦੇ ਚੱਲ ਰਹੇ ਆ। ਸੋ ਇਹ ਚੀਜ਼ਾਂ ਜਿਹੜੀਆਂ ਹੁਣ ਫਿਰ ਵਾਪਸ ਆ ਰਹੀਆਂ। ਮੈਂ ਦੇਖ ਰਹੀ ਸੀਗੀ ਕਿ ਬਹੁਤ ਸਾਰੀਆਂ ਸਾਡੀਆਂ ਫੀਮੇਲ ਮਾਡਲਸ ਨੇ, ਉਹ ਤੁਹਾਡੀ ਕ੍ਰੀਏਸ਼ਨਸ ਦੇ ਨਾਲ ਇਨਵੋਲਵ ਹੋਈਆਂ ਨੇਗੀਆਂ, ਤਾਂ ਉਹਨਾਂ ਨੇ ਰਿਪਰੈਜ਼ੈਂਟ ਕੀਤਾ ਤੁਹਾਡੀ ਕ੍ਰੀਏਸ਼ਨ ਨੂੰ। ਜਿੱਦਾਂ ਹਿਮਾਂਸ਼ੀ ਹੋ ਗਏ, ਸਾਰਾ ਗੁਰਪਾਲ ਹੋ ਗਏ, ਸੋਨੀਆ ਮਾਨ ਹੋ ਗਏ, ਜਾਂ ਰੀਸੈਂਟ ਨਿਮਰਤ ਖਹਿਰਾ ਤੁਹਾਡੇ ਡਿਜ਼ਾਈਨ ਪਾਉਂਦੇ ਨੇ। ਤਾਂ ਸੈਲੀਬ੍ਰਿਟੀਜ਼ ਨੂੰ ਨਾਲ ਜੋੜਨ ਦਾ ਤੁਹਾਡਾ ਕੀ ਰੀਜ਼ਨ ਸੀਗਾ? ਕਿਉਂਕਿ ਬਹੁਤ ਸਾਰੇ ਤੁਸੀਂ ਆਪਣੇ ਕੱਪੜੇ ਖੁਦ ਵੀ ਸ਼ੋਕੇਸ ਕਰਦੇ ਹੋ, ਖੁਦ ਵੀ ਰਿਪਰੈਜ਼ੈਂਟ ਕਰਦੇ ਹੋ। ਜੀ, ਸੋ ਸ਼ੁਰੂਆਤ ਦੇ ਟਾਈਮ ਦੇ ਵਿੱਚ ਕਾਫੀ ਸਾਰੇ ਆਰਟਿਸਟ ਜਿਹੜੇ ਹੈਗੇ ਆ ਇੰਡਸਟਰੀ ਦੇ ਵਿੱਚ, ਕਿਉਂਕਿ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦੀ ਹਾਂ ਕਿ ਤੁਸੀਂ ਖੁਦ ਵੀ ਨੋਟਿਸ ਕੀਤਾ ਹੋਣਾ ਕਿ ਕੁਝ ਸਾਲਾਂ ਦੇ ਵਿੱਚ ਹੀ ਬਦਲਾਵ ਆਇਆ ਹੈ। ਪਹਿਲਾਂ ਕੀ ਹੁੰਦਾ ਸੀ, ਕੋਈ ਵੀ ਪ੍ਰੋਡਕਸ਼ਨ ਹਾਊਸ ਹੈ, ਉਹ ਫਿਲਮ ਬਣਾ ਰਿਹਾ ਜਾਂ ਕੋਈ ਵੀ ਪ੍ਰੋਜੈਕਟ ਕਰ ਰਿਹਾ, ਮਿਊਜ਼ਿਕ ਪ੍ਰੋਜੈਕਟ ਕਰ ਰਿਹਾ, ਉਹਨਾਂ ਦੇ ਜਿਹੜੇ ਡਿਜ਼ਾਈਨਸ, ਜੋ ਕਾਸਟਿਊਮਸ ਆਰਟਿਸਟ ਪਾਉਂਦੇ ਸੀਗੇ, ਉਹ ਫਿਲਮ ਵੱਲੋਂ ਆਉਂਦੇ ਸੀ ਜਾਂ ਪ੍ਰੋਡਕਸ਼ਨ ਵੱਲੋਂ ਆਉਂਦੇ ਸੀਗੇ। ਸੋ ਪਰ ਹੁਣ ਜਿਹੜੇ ਆਰਟਿਸਟ ਆ ਖੁਦ ਬੜੇ ਅਵੇਅਰ ਹੈ ਕਿ ਅਸੀਂ ਕੀ ਪਾਉਣਾ, ਬਿਕੋਜ਼ ਲੋਕ ਉਹਨਾਂ ਨੂੰ ਇੱਕ ਆਈਕਨ ਵਜੋਂ ਲੈਂਦੇ ਨੇ, ਉਹਨਾਂ ਨੂੰ ਦੇਖਦੇ ਨੇ, ਅਤੇ ਉਹ ਇੱਕ ਇਨਫਲੂਐਂਸਰਸ ਦਾ ਕੰਮ ਕਰ ਰਹੇ ਨੇ। ਸੇਮ ਵੇ ਕੋਈ ਡਿਜ਼ਾਈਨਰ ਹੈਗਾ, ਉਹ ਵੀ ਇੱਕ ਆਪਣੇ ਆਪ 'ਚ ਇੱਕ ਇਨਫਲੂਐਂਸਰ ਹੈਗਾ, ਕਿਉਂਕਿ ਉਹ ਇਸ ਤਰ੍ਹਾਂ ਦੀ ਉਹਦੀ ਪਾਵਰ ਹੈਗੀ, ਉਸ ਤਰ੍ਹਾਂ ਦੇ ਲੋਕ ਜੁੜੇ ਹੋਏ ਨੇ ਜੋ ਉਹਨਾਂ ਦੇ ਕਈ ਕਲਰਸ, ਉਹਨਾਂ ਦੇ ਕਈ ਹੋਈ ਚੀਜ਼ਾਂ ਨੂੰ ਫੋਲੋ ਕਰਦੇ ਨੇ। ਸੋ ਇਹਨਾਂ ਦੇ ਨਾਲ ਕੰਮ ਕਰਨਾ, ਇਹਨਾਂ ਆਰਟਿਸਟ ਦੇ ਨਾਲ ਜੁੜਨਾ ਇੱਕ ਤਰ੍ਹਾਂ ਫੈਸ਼ਨ ਨੂੰ ਇਨਫਲੂਐਂਸ ਕਰਨ ਵਾਲੀ ਗੱਲ ਹੈਗੀ ਹੈ। ਸੋ ਜੋ ਮੈਂ ਹੁਣ ਰੀਸੈਂਟਲੀ ਆਪਣੀ ਕਲੈਕਸ਼ਨ ਨੂੰ ਖੁਦ ਰਿਪਰੈਜ਼ੈਂਟ ਕਰ ਰਹੀ ਹਾਂ, ਔਰ ਨਿਮਰਤ ਖਹਿਰਾ ਹੁਣੀ ਸਾਡੇ ਨਾਲ ਕੰਮ ਕਰ ਰਹੇ ਨੇ ਕਾਫੀ ਸਮੇਂ ਤੋਂ, ਔਰ ਉਹਨਾਂ ਨਾਲ ਹੀ ਐਕਸਕਲੂਸਿਵਲੀ ਕੰਮ ਕਰ ਰਹੇ ਹਾਂ। ਸੋ ਇੱਕ ਇਨਫਲੂਐਂਸਰਸ ਦਾ ਕੰਮ ਜਿਹੜਾ ਹੈਗਾ ਉਹ ਚੱਲ ਰਿਹਾ, ਔਰ ਇਹੀ ਚੀਜ਼ ਜਿਹੜੀ ਹੈ ਅੱਜ ਲੀਡ ਲੈ ਰਹੀ ਹੈ
ਜਿਸ ਤਰ੍ਹਾਂ ਬਾਲੀਵੁੱਡ ਵਿੱਚ ਤੁਸੀਂ ਦੇਖਦੇ ਹੋ ਕਿ ਇਨਫਲੂਐਂਸਰਸ ਦਾ ਰੋਲ ਹੈਗਾ ਹਰ ਚੀਜ਼ ਦੇ ਵਿੱਚ, ਸੇਮ ਵੇ ਕੋਈ ਵੀ ਯੂਥ, ਕੋਈ ਵੀ ਯੰਗਸਟਰ ਜੋ ਐਜੂਕੇਟਿਡ ਹੈਗਾ, ਜੋ ਬਹੁਤ ਵਧੀਆ ਕਰ ਰਿਹਾ, ਉਹ ਇੱਕ ਆਈਕਨ ਵਜੋਂ ਲੋਕਾਂ ਦੇ ਵਿੱਚ ਐਸਟੈਬਲਿਸ਼ ਹੋ ਰਿਹਾ ਹੈ। ਅਸੀਂ ਕਹਿ ਸਕਦੇ ਹਾਂ ਵੀ ਜਿਹੜੀ ਸਾਡੀ ਇੰਟਰਟੇਨਮੈਂਟ ਇੰਡਸਟਰੀ ਆ, ਜਿਹੜਾ ਸਾਡਾ ਫੈਸ਼ਨ ਵਰਲਡ ਆ, ਉਹ ਨਾਲੋਂ ਨਾਲ ਗਰੋ ਹੋ ਰਹੇ ਨੇ ਇੱਕ ਦੂਜੇ ਦੇ, ਬਹੁਤ ਇਵੋਲਵ ਹੋ ਰਿਹਾ ਫੈਸ਼ਨ ਵਰਲਡ ਔਰ ਜਿਹੜੀ ਇੰਡਸਟਰੀ ਹੈਗੀ ਆ, ਕਿਉਂਕਿ ਇਹ ਚੀਜ਼ਾਂ ਇੱਕ ਦੂਸਰੇ ਨੂੰ ਇੰਟਰਡਿਪੈਂਡੈਂਟ ਹੈਗੀਆਂ ਨੇ। ਅੱਜ ਜਿਹੜੇ ਪਹਿਲਾਂ ਸਟਾਈਲਿਸਟ ਦੀ ਜਿਹੜੀ ਇੱਕ ਹੋਂਦ ਸੀਗੀ, ਉਹ ਨਹੀਂ ਸੀਗੀ ਪੰਜਾਬ ਵਿੱਚ, ਹੁਣ ਸਟਾਈਲਿਸਟ ਇਮਰਜ ਹੋ ਕੇ ਆਏ ਨੇ, ਬਲੌਗਰਸ ਆਏ ਨੇ, ਬਹੁਤ ਸਾਰੇ ਲੋਕ ਵਧੀਆ ਕੰਮ ਕਰ ਰਹੇ ਨੇ ਜੋ ਇੰਨਾ ਹੀ ਪਾਵਰਫੁਲ, ਜਿੰਨੇ ਪਾਵਰਫੁਲ ਵੇ ਨਾਲ ਆਪਾਂ ਫੈਸ਼ਨ ਇੰਡਸਟਰੀ, ਮਿਊਜ਼ਿਕ ਇੰਡਸਟਰੀ ਨੂੰ ਜਾਂ ਐਂਟਰਟੇਨਮੈਂਟ ਇੰਡਸਟਰੀ ਨੂੰ ਦੇਖਦੇ ਹਾਂ, ਉਸੇ ਹੀ ਪਾਵਰਫੁਲ ਫਾਰਮ ਦੇ ਵਿੱਚ ਅੱਜ ਫੈਸ਼ਨ ਡਿਜ਼ਾਈਨਰਸ ਵੀ ਕੰਮ ਕਰ ਰਹੇ ਨੇ। ਬਿਲਕੁਲ, ਤੁਹਾਨੂੰ ਲੱਗਦਾ ਹੈ ਕਿ ਜਿੱਦਾਂ ਬਹੁਤ ਸਾਰੀਆਂ ਚੀਜ਼ਾਂ ਨੇਗੀਆਂ ਵੀ, ਜਿਵੇਂ ਅਸੀਂ ਇੰਟਰਟੇਨਮੈਂਟ ਇੰਡਸਟਰੀ ਦੇ ਵਿੱਚ ਹਲੇ ਪੰਜਾਬ ਦੇ ਵਿੱਚ ਕਾਸਟਿੰਗ ਡਾਇਰੈਕਟਰਸ ਦਾ ਉੱਡਾ ਵੱਡਾ ਰੋਲ ਨਹੀਂ ਸਮਝਿਆ ਜਾਂਦਾ ਜਿੰਨਾ ਬਾਲੀਵੁੱਡ ਜਾਂ ਫਿਰ ਹਾਲੀਵੁੱਡ ਦੇ ਵਿੱਚ ਸਮਝਿਆ ਜਾਂਦਾ ਹੈ ਨਾ। ਤਾਂ ਉਸੇ ਤਰੀਕੇ ਨਾਲ ਜਦੋਂ ਅਸੀਂ ਪੁਰਾਣੇ ਗਾਣੇ ਵੀ ਦੇਖਦੇ ਹੁੰਦੇ ਸੀ ਤਾਂ ਉਹਨਾਂ ਦੇ ਜਿਹੜੇ ਕੱਪੜੇ ਹੁੰਦੇ ਸੀ ਬੜੇ ਸਿੰਪਲ ਹੁੰਦੇ ਸੀ, ਵੀ ਪਲੇਨ ਸੂਟ, ਥੱਲੇ ਉਹ ਕਿਰਨਾਂ ਵਾਲਾ ਗੋਟਾ ਲੱਗਿਆ ਹੁੰਦਾ ਸੀ ਜਾਂ ਉਹ ਪਤਾਸੇ ਲੱਗੇ ਹੁੰਦੇ ਸੀਗੇ ਹੈ ਨਾ ਸ਼ਰਟਾਂ 'ਤੇ। ਅਤੇ ਹੁਣ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਕਿਉਂ ਜ਼ਿਆਦਾ ਜ਼ਰੂਰੀ ਹੋ ਗਿਆ ਵੀ ਸਾਡੀ ਇੰਟਰਟੇਨਮੈਂਟ ਇੰਡਸਟਰੀ ਦੇ ਵਿੱਚ ਵੀ ਤੁਸੀਂ ਇੱਕ ਖਾਸ ਤੌਰ 'ਤੇ ਇੱਕ ਡਿਜ਼ਾਈਨ ਪਾਇਆ ਹੋਵੇ? ਬਾਲੀਵੁੱਡ ਦੇ ਵਿੱਚ ਹੁੰਦਾ ਸੀ ਕਿ ਉੱਦਾਂ ਦੇ ਫਿਰ ਸੇਮ ਡਿਜ਼ਾਈਨ ਤਿਆਰ ਹੁੰਦੇ ਸੀਗੇ ਬਾਅਦ 'ਚੋਂ ਲੋਕੀ, ਹੈ ਨਾ। ਤੁਹਾਨੂੰ ਲੱਗਦਾ ਕਿ ਇਹ ਰੁਝਾਨ ਹੁਣ ਪੰਜਾਬ 'ਚ ਆ ਗਿਆ ਕਿ ਜਦੋਂ ਇੱਕ ਸੈਲੀਬ੍ਰਿਟੀ ਕੋਈ ਡਿਜ਼ਾਈਨ ਪਾ ਕੇ ਆਉਂਦੇ ਨੇ ਅਤੇ ਉਸ ਦੇ ਨਾਲ ਦਾ ਡਿਜ਼ਾਈਨ ਫਿਰ ਲੋਕੀ ਤੁਹਾਡੇ ਤੋਂ ਡਿਮਾਂਡ ਕਰਦੇ ਨੇ? ਸੋ ਮੈਂ ਉਹੀ ਜਿਸ ਤਰ੍ਹਾਂ ਪਹਿਲਾਂ ਸ਼ੇਅਰ ਕਰ ਰਹੀ ਸੀਗੀ ਕਿ ਜਿਸ ਪੈਟਰਨ 'ਤੇ ਜਿਸ ਜਿਹੜੇ ਰੈਕਗਨੀਸ਼ਨ ਔਰ ਫੇਮ ਦੇ ਨਾਲ ਡਿਜ਼ਾਈਨਰਸ ਕੰਮ ਕਰ ਰਹੇ ਨੇ ਬਾਲੀਵੁੱਡ ਵਿੱਚ, ਨੈਸ਼ਨਲ ਫੇਮ ਦੇ ਜਿਹੜੇ ਡਿਜ਼ਾਈਨਰਸ ਨੇ, ਉਹ 30-40 ਸਾਲਾਂ ਤੋਂ ਉਹਨਾਂ ਦਾ ਐਕਸਪੀਰੀਅੰਸ ਹੈਗਾ ਉਸ ਕੰਮ ਵਿੱਚ, ਔਰ ਉਹਨਾਂ ਨੂੰ ਵੀ ਮੈਨੂੰ ਲੱਗਦਾ ਕਿ ਫॉर ਸ਼ੋਰ ਉਹਨਾਂ ਨੂੰ ਵੀ ਬਹੁਤ ਐਫਰਟ, ਬਹੁਤ ਟਾਈਮ ਲੱਗਿਆ ਹੋਣਾ ਇੱਥੋਂ ਤੱਕ ਆਉਣ ਲਈ। ਸੋ ਅਸੀਂ ਐਜ਼ ਡਿਜ਼ਾਈਨਰਸ, ਮੈਂ ਕਹੂੰਗੀ ਕਲੈਕਟਿਵਲੀ, ਆਪਾਂ ਬਹੁਤ ਨਵੇਂ ਹਾਂ, ਹਾਲੇ ਇਸ ਕੰਮ ਦੀ ਸ਼ੁਰੂਆਤ ਹੈਗੀ ਹੈ। ਸੋ ਹੁਣ ਤੁਸੀਂ ਦੇਖੋਗੇ ਆਉਣ ਵਾਲੇ ਟਾਈਮ 'ਚ ਕਿ ਬਹੁਤ ਸਟਰੋਂਗ ਡਿਪੈਂਡੈਂਸ ਹੋਏਗੀ ਡਿਜ਼ਾਈਨਰਸ ਦੇ ਉੱਪਰ, ਕਿਸੇ ਵੀ ਆਰਟਿਸਟ ਦੀ ਜਾਂ ਕਿਸੇ ਵੀ ਐਂਟਰਟੇਨਰ ਦੀ, ਕਿਉਂਕਿ ਜਿਹੜੀ ਕਾਸਟਿਊਮ ਹੈ ਉਹ ਤੁਹਾਡਾ ਸਭ ਤੋਂ ਇੰਪੋਰਟੈਂਟ ਅਤੇ ਸਭ ਤੋਂ ਪਹਿਲੀ ਚੀਜ਼ ਹੈ ਜੋ ਤੁਸੀਂ ਸਭ ਤੋਂ ਪਹਿਲਾਂ ਜਦੋਂ ਕਿਸੇ ਸਾਹਮਣੇ ਪੇਸ਼ ਹੁੰਦੇ ਹੋ ਤਾਂ ਤੁਹਾਡੇ ਕੱਪੜੇ ਬੋਲਦੇ ਆ, ਉਸ ਤੋਂ ਬਾਅਦ ਤੁਹਾਡਾ ਜਿਹੜਾ ਹਸਤੀ ਹੈ ਜਾਂ ਤੁਹਾਡੇ ਜਿਹੜਾ ਪਰਸਨੈਲਿਟੀ ਹੈ ਉਹਦੇ ਬਾਰੇ ਲੋਕ ਤੁਹਾਡੇ ਨਾਲ ਰਾਬਤਾ ਹੁੰਦਾ ਹੈ। ਸੋ ਇਹ ਚੀਜ਼ ਬਹੁਤ ਸਟਰੋਂਗਲੀ ਹੁਣ ਫੀਲ ਕੀਤੀ ਜਾ ਰਹੀ ਹੈ ਪੰਜਾਬ ਵਿੱਚ, ਔਰ ਆਈ ਐਮ ਸ਼ੋਰ ਆਉਣ ਵਾਲੇ ਸਮੇਂ ਵਿੱਚ ਤੁਸੀਂ ਦੇਖੋਗੇ ਕਿ ਕਿਸ ਤਰ੍ਹਾਂ ਡਿਜ਼ਾਈਨਰਸ ਨੂੰ ਉਹੀ ਰੈਕੋਗਨੀਸ਼ਨ, ਉਹੀ ਪਿਆਰ, ਉਹੀ ਜਿਹੜੀ ਰੈਕੋਗਨੀਸ਼ਨ ਹੈ ਉਹ ਮਿਲੇਗੀ। ਬਿਲਕੁਲ। ਤੁਸੀਂ ਕਿਵੇਂ ਕੰਮ ਕਰਦੇ ਹੋ? ਕਿਉਂਕਿ ਮੈਂ ਪੂਰਾ 2017 ਤੋਂ ਲੈ ਕੇ ਤੁਹਾਡਾ ਇੰਸਟਾਗ੍ਰਾਮ ਚੈੱਕ ਕੀਤਾ, ਮੈਨੂੰ ਕੋਈ ਵੀ ਕਲਰ ਕੋਂਬੀਨੇਸ਼ਨ ਰਿਪੀਟ ਨਹੀਂ ਮਿਲਿਆ ਹੈਗਾ ਅਤੇ ਮੈਨੂੰ ਕੋਈ ਵੀ ਤੁਹਾਡਾ ਡਿਜ਼ਾਈਨ ਰਿਪੀਟ ਨਹੀਂ ਮਿਲਿਆ। ਤਾਂ ਮਤਲਬ ਇੰਨੇ ਲੰਬੇ ਸਮੇਂ ਤੱਕ ਤੁਸੀਂ ਹਰ ਰੋਜ਼ ਹਰ ਇੱਕ ਸੂਟ ਦੇ ਲਈ ਇੱਕ ਨਵਾਂ ਡਿਜ਼ਾਈਨ ਤਿਆਰ ਕਰਨਾ, ਹੈ ਨਾ, ਤੁਸੀਂ ਕਿਵੇਂ ਕੰਮ ਕਰਦੇ ਹੋ? ਵੀ ਕਿਹੋ ਜਿਹੇ ਡਿਜ਼ਾਈਨ, ਜਾਂ ਤੁਸੀਂ ਜਿਵੇਂ ਇੱਕ ਜਿਹੜਾ ਪੇਂਟਰ ਹੁੰਦਾ ਆਪਣੀ ਪੇਂਟਿੰਗ ਦੇ ਜ਼ਰੀਏ ਕੁਛ ਕਹਿਣ ਦੀ ਕੋਸ਼ਿਸ਼ ਕਰਦਾ, ਕਿ ਤੁਸੀਂ ਵੀ ਆਪਣੇ ਸੂਟਾਂ ਦੀ ਡਿਜ਼ਾਈਨ ਦੇ ਥਰੂ ਕੁਛ ਕਹਿਣ ਦੀ ਕੋਸ਼ਿਸ਼ ਕਰਦੇ ਹੋ? ਜੀ, ਸੋ ਮੈਂ ਜਿੱਦਾਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਕਿਸੇ ਵੀ ਆਰਟਿਸਟ ਲਈ ਜਿਹੜਾ ਉਹਦਾ ਆਰਟ ਹੈਗਾ, ਉਹਦਾ ਇੱਕ ਸੈਲਫ ਐਕਸਪ੍ਰੈਸ਼ਨ ਉਹਦੇ ਵਿੱਚ ਜ਼ਰੂਰ ਉਹਦੀ ਝਲਕ ਮਿਲਦੀ ਹੈ, ਉਹਦਾ ਆਪਣਾ ਆਪ ਜਿਹੜਾ ਹੈਗਾ ਉਹ ਰਿਫਲੈਕਟ ਹੁੰਦਾ ਹੈ। ਸੋ ਮੈਨੂੰ ਲੱਗਦਾ ਸ਼ਾਇਦ ਮੇਰੇ ਡਿਜ਼ਾਈਨਸ 'ਚ ਜਿਹੜੀ ਮੇਰੀ ਆਪਣੀ ਵਿਜ਼ਨ ਹੈਗੀ ਹੈ, ਮੇਰੀ ਆਪਣੀ ਵਿਜ਼ਡਮ ਹੈਗੀ ਹੈ, ਉਹ ਬਾਹਰ ਆਉਂਦੀ ਹੈ, ਅਤੇ ਉਹਦੇ ਕਰਕੇ ਮੇਰੀ ਹਮੇਸ਼ਾ ਇਹ ਕੋਸ਼ਿਸ਼ ਹੁੰਦੀ ਹੈ ਕਿ ਹਰ ਚੀਜ਼ ਜੋ ਮੈਂ ਤਿਆਰ ਕਰਾਂ ਉਹਦੇ ਵਿੱਚ ਇੱਕ ਨਵੇਕਲਾਪਨ ਹੋਏ, ਇੱਕ ਇਸ ਤਰ੍ਹਾਂ ਦੀ ਅਪੀਲ ਹੋਏ ਕਿ ਪਾਉਣ ਵਾਲਾ ਜਿਹੜਾ ਬਹੁਤ ਕੌਨਫੀਡੈਂਟ ਫੀਲ ਕਰੇ, ਬਹੁਤ ਅੱਛਾ ਫੀਲ ਕਰੇ। ਔਰ ਕਿਉਂਕਿ ਹੁਣ ਤੁਹਾਨੂੰ ਪਤਾ ਕੰਪੀਟੀਸ਼ਨ ਇੰਨਾ ਸਟਰੋਂਗ ਹੈਗਾ ਕਿ ਤੁਸੀਂ ਆਪਣੇ ਆਪ ਨੂੰ ਮੇਨਟੇਨ ਕਰਨ ਲਈ, ਤੁਸੀਂ ਆਪਣੀ ਪ੍ਰੈਜ਼ੈਂਸ ਨੂੰ ਉਸ ਤਰ੍ਹਾਂ ਬਣਾਏ ਰੱਖਣ ਲਈ ਐਫਰਟ ਕਰਦੇ ਹੋ, ਔਰ ਕੰਸਿਸਟੈਂਟ ਕਲੈਕਸ਼ਨਸ ਜਿਹੜੀਆਂ ਹੈਗੀਆਂ, ਲਗਾਤਾਰ ਮੈਨੂੰ ਆਪਣੀਆਂ ਕਲੈਕਸ਼ਨਸ ਆਪਾਂ ਲਾਂਚ ਕਰ ਰਹੇ ਹਾਂ। ਸੋ ਮੈਨੂੰ ਲੱਗਦਾ ਕਿ ਇਹ ਇੱਕ ਮੇਨ ਰੀਜ਼ਨ ਹੈਗਾ ਕਿ ਬਹੁਤ ਜ਼ਿਆਦਾ ਵੈਰਾਈਟੀ ਆਫ ਡਿਜ਼ਾਈਨਸ ਜਿਹੜੀਆਂ ਮੈਂ ਲੋਕਾਂ ਦੇ ਸਾਹਮਣੇ ਰੱਖੇ ਨੇ, ਔਰ ਕਦੀ ਵੀ ਮੈਂ ਇਸ ਚੀਜ਼ ਤੋਂ ਘਬਰਾਈ ਨਹੀਂ ਕਿ ਜਿਹੜੇ ਕਲਰਸ ਸ਼ਾਇਦ ਮੈਨੂੰ ਲੱਗਦਾ ਕਿ ਮੈਂ ਡਰਦੀ ਹੁੰਦੀ ਸੀ ਸ਼ੁਰੂਆਤ ਵਿੱਚ, ਅੱਜ ਮੈਂ ਉਹਨਾਂ ਕਲਰਸ ਦੇ ਵਿੱਚ ਵੀ ਪਲੇ ਕਰਦੀ ਹਾਂ ਔਰ ਐਕਸਪੈਰੀਮੈਂਟ ਕਰਦੀ ਹਾਂ। ਸੋ ਆਪਣਾ ਡਰ ਜਿਹੜਾ ਹੈਗਾ ਉਹ ਬਿਲਕੁਲ ਬਾਹਰ ਕੱਢ ਕੇ ਮੈਂ ਅੱਜ ਚੀਜ਼ਾਂ ਤਿਆਰ ਕਰ ਰਹੀ ਹਾਂ। ਸੋ ਸ਼ਾਇਦ ਲੋਕਾਂ ਨੂੰ ਇਸ ਤਰ੍ਹਾਂ ਦੀ ਕਰਜ ਜਿਹੜੇ ਮੇਰੇ ਡਿਜ਼ਾਈਨਸ ਦੇ ਵਿੱਚ, ਮੇਰੇ ਕੰਮ ਦੇ ਵਿੱਚ ਹੈਗੇ, ਉਹ ਪਸੰਦ ਆ ਰਹੀ ਹੈ ਕਿ ਹਰ ਚੀਜ਼ ਦੇ ਵਿੱਚ ਤੁਸੀਂ ਪਲੇ ਕਰ ਰਹੇ ਹੋ ਔਰ ਹਰ ਚੀਜ਼ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ। ਮੈਂ ਇਹੀ ਗੱਲ ਪੁੱਛਣ ਲੱਗੀ ਸੀ ਕਿਉਂਕਿ ਕੁਛ ਕੁ ਕੋਂਬੀਨੇਸ਼ਨ ਜਾਂ ਫਿਰ ਕੁਛ ਕੁ ਕਲਰਸ ਇੱਦਾਂ ਦੇ ਹੁੰਦੇ ਨੇ, ਸ਼ੇਡਸ ਇੱਦਾਂ ਦੇ ਹੁੰਦੇ ਨੇ ਜਿਹੜੇ ਕਿ ਮੰਨ ਲਓ ਵੀ ਮਤਲਬ ਹੁਣ ਟਰੈਂਡ ਦੇ ਵਿੱਚ ਨੇ, ਹੈ ਨਾ। ਕੀ ਤੁਸੀਂ ਉਹਨਾਂ ਸ਼ੇਡਸ ਤੋਂ ਹਟ ਕੇ ਵੀ ਕੰਮ ਕਰਦੇ ਹੋ ਅਤੇ ਤੁਹਾਡੇ ਜਿਹੜੇ ਕਲਾਇੰਟਸ ਨੇ ਉਸ ਚੀਜ਼ ਨੂੰ ਕਿਵੇਂ ਲੈਂਦੇ ਨੇ ਕਿ ਜਦੋਂ ਤੁਸੀਂ ਉਹਨਾਂ ਦੇ ਲਈ ਕੋਈ ਇੱਕ ਵੱਖਰਾ ਰੰਗ ਤਿਆਰ ਕਰਕੇ ਉਹਨਾਂ ਨੂੰ ਦਿੰਦੇ ਹੋ, ਜਾਂ ਫਿਰ ਤੁਸੀਂ ਖੁਦ ਇਹ ਕੋਸ਼ਿਸ਼ ਕਰਦੇ ਹੋ, ਤੁਸੀਂ ਜਿੱਦਾਂ ਕਹਿ ਹੀ ਰਹੇ ਹੋ ਕਿ ਤੁਸੀਂ ਖੇਡਦੇ ਹੋ ਅਲੱਗ-ਅਲੱਗ ਕਲਰਸ ਦੇ ਨਾਲ, ਹੈ ਨਾ,
ਤਾਂ ਉਹ ਰਿਐਕਸ਼ਨ ਜਾਂ ਉਹ ਫੀਡਬੈਕ ਤੁਹਾਨੂੰ ਕਿਵੇਂ ਦਾ ਮਿਲਦਾ ਜਦੋਂ ਤੁਸੀਂ ਇੱਕ ਚੱਲ ਰਹੇ ਸ਼ੇਡ ਦੇ ਨਾਲੋਂ ਜਾਂ ਚੱਲ ਰਹੀ ਕੰਟਰਾਸਟ ਕੰਬੀਨੇਸ਼ਨ ਦੇ ਨਾਲੋਂ ਕੁਝ ਅਲੱਗ ਤਿਆਰ ਕਰਦੇ ਹੋ? ਸੋ ਅਗਰ ਆਪਾਂ ਕਿਸੇ ਵੀ ਕੰਮ ਨੂੰ ਲਈਏ, ਜੋ ਵੀ ਕੰਮ ਤੁਸੀਂ ਚਾਹੇ ਸਿੰਗਿੰਗ ਦੀ ਗੱਲ ਕਰ ਲਓ, ਚਾਹੇ ਤੁਸੀਂ ਡਾਂਸ ਦੀ ਗੱਲ ਕਰ ਲਓ, ਜਾਂ ਕੋਈ ਵੀ ਐਂਟਰਟੇਨਮੈਂਟ ਜਾਂ ਕੋਈ ਵੀ ਕ੍ਰੀਏਟਿਵ ਆਰਟ ਹੈਗਾ ਹੈ ਨਾ, ਜਦੋਂ ਉਹ ਆਪਣੀ ਇੱਕ ਪੈਟਰਨ ਦੇ ਵਿੱਚ ਚੱਲਦਾ ਰਹੇਗਾ, ਉਹਦਾ ਇੱਕ ਸੈਟ ਸੇਫ ਜਾਂ ਇੱਕ ਕੰਫਰਟ ਜ਼ੋਨ ਦੇ ਵਿੱਚ ਚੱਲਦਾ ਰਹੇਗਾ, ਉਹ ਆਪਣੀ ਉਸੇ ਪੋਜੀਸ਼ਨ 'ਤੇ ਰਹੇਗਾ। ਜਦੋਂ ਉਹ ਥੋੜ੍ਹਾ ਜਿਹਾ ਐਕਸਪੈਰੀਮੈਂਟਲ ਹੋਏਗਾ, ਥੋੜ੍ਹਾ ਜਿਹਾ ਡੇਅਰਿੰਗ ਹੋਏਗਾ, ਤੇ ਉਹ ਲੋਕਾਂ ਦੇ ਵਿੱਚ ਆਪਣਾ ਪ੍ਰਭਾਵ ਪਾਏਗਾ। ਸੋ ਮੈਂ ਇਹੀ ਸੋਚਿਆ ਸੀਗਾ ਸ਼ੁਰੂ ਤੋਂ ਕਿ ਜੋ ਵੀ ਮੈਂ ਕੰਮ ਕਰਾਂਗੀ ਉਹਦੇ ਵਿੱਚ ਇੰਨਾ ਕੁ ਇੱਕ ਕਰੇਜ ਸ਼ੋ ਕਰਨੀ ਹੈ ਕਿ ਜਿਹੜਾ ਐਕਸਪੈਰੀਮੈਂਟ ਹੈਗਾ ਉਹ ਤੋਂ ਬਿਲਕੁਲ ਘਬਰਾਉਣਾ ਨਹੀਂ ਹੈਗਾ। ਸੋ ਹਰ ਤਰ੍ਹਾਂ ਦੇ ਡਿਜ਼ਾਈਨ, ਚਾਹੇ ਉਹ ਮੈਨੂੰ ਪਰਸਨਲੀ ਅਪੀਲ ਨਹੀਂ ਵੀ ਕਰਦੇ, ਮੈਂ ਹਰ ਤਰ੍ਹਾਂ ਦਾ, ਕਿਉਂਕਿ ਹਰ ਕੁਦਰਤ ਦੇ ਜਿਹੜਾ ਹਰ ਰੰਗ ਹੈ ਉਹਦੇ ਵਿੱਚ ਕੋਈ ਨਾ ਕੋਈ ਆਪਣੀ ਖੂਬਸੂਰਤੀ ਹੈ, ਔਰ ਹਰ ਇਨਸਾਨ ਇੱਕ ਵਰਗੀ ਇੱਕ ਕਲਰਸ ਦੀ ਇੱਕ ਪੈਲਟ ਉਹਦੀ ਪਸੰਦ ਨਹੀਂ ਹੁੰਦੀ ਹੈ। ਹਰ ਤਰ੍ਹਾਂ ਦੇ ਲੋਕ ਨੇ, ਕਿਸੇ ਨੂੰ ਪੀਲਾ ਬਹੁਤ ਪਸੰਦ ਹੈ, ਸ਼ਾਇਦ ਤੁਹਾਨੂੰ ਪੀਲਾ ਬਿਲਕੁਲ ਨਾ ਪਸੰਦ ਹੋਏ, ਕਿਸੇ ਨੂੰ ਕੋਈ ਹੋਰ ਕਲਰ ਬਹੁਤ ਅਪੀਲ ਕਰਦਾ, ਕਿਸੇ ਨੂੰ ਵਾਈਟ ਬਿਲਕੁਲ ਨਹੀਂ ਪਸੰਦ। ਤਾਂ ਦੁਨੀਆ ਵਿੱਚ ਹਰ ਤਰ੍ਹਾਂ ਦੇ ਕਲਰਸ ਨੂੰ ਪਸੰਦ ਕਰਨ ਵਾਲੇ ਲੋਕ ਨੇ, ਹਰ ਤਰ੍ਹਾਂ ਦੇ ਡਿਜ਼ਾਈਨਸ, ਹਰ ਤਰ੍ਹਾਂ ਦੇ ਸਟਾਈਲਸ। ਸੋ ਬਹੁਤ ਐਕਸਪੈਰੀਮੈਂਟਲ, ਬਹੁਤ ਵਾਈਡ ਪੈਲਟ ਔਰ ਬਹੁਤ ਵਾਈਡ ਰੇਂਜ ਆਫ ਡਿਜ਼ਾਈਨਸ ਦੇ ਵਿੱਚ ਮੈਂ ਹਮੇਸ਼ਾ ਤਿਆਰ ਕੀਤੇ ਨੇ। ਮੈਂ ਜਦੋਂ ਤੁਹਾਡੀ ਡਿਜ਼ਾਈਨ ਦੇਖਦੀ ਹਾਂ ਤਾਂ ਮੈਨੂੰ ਕਿਤੇ ਕਿਤੇ ਤੁਹਾਡੇ ਡਿਜ਼ਾਈਨ ਦੇਖ ਕੇ ਵੀ ਲੱਗਦਾ ਹੁੰਦਾ ਵੀ ਇਹ ਤਾਂ ਮਹਿੰਦੀ 'ਚ ਵੀ ਅਸੀਂ ਪਾਉਂਦੇ ਹਾਂ ਡਿਜ਼ਾਈਨ, ਹੈ ਨਾ? ਜੀ। ਇਜ਼ ਦੈਟ ਟਰੂ ਕਿ ਕੁਛ ਡਿਜ਼ਾਈਨ ਤੁਹਾਡੇ ਮਹਿੰਦੀ ਡਿਜ਼ਾਈਨਸ ਤੋਂ ਵੀ ਇੰਸਪਾਇਰਡ ਹੁੰਦੇ ਨੇਗੇ, ਜਾਂ ਮੈਨੂੰ ਹੀ ਲੱਗਿਆ ਸਿਰਫ? ਬਹੁਤ ਸਾਰੀਆਂ ਚੀਜ਼ਾਂ ਨੇ, ਜਦੋਂ ਤੁਸੀਂ ਆਪਣੇ ਡੇ ਟੂ ਡੇ ਰੂਟੀਨ ਦੇ ਵਿੱਚ ਕਾफ़ੀ ਚੀਜ਼ਾਂ ਕਮ ਅਕਰੋਸ ਹੁੰਦੀਆਂ ਨੇ, ਤੁਸੀਂ ਚੀਜ਼ਾਂ ਦੇਖਦੇ ਹੋ, ਕੋਈ ਵੀ ਚੀਜ਼ ਜੋ ਤੁਹਾਨੂੰ ਕ੍ਰੀਏਟਿਵਲੀ ਬਹੁਤ ਅੰਦਰੋਂ ਤੁਹਾਨੂੰ ਹਿਲਾ ਕੇ ਰੱਖ ਦਿੰਦੀ ਹੈ, ਜਾਂ ਸਿਰਫ ਇਹ ਨਹੀਂ ਕਿ ਤੁਸੀਂ ਟਰੈਵਲ ਕਰ ਰਹੇ ਹੋ ਅਤੇ ਤੁਸੀਂ ਚੀਜ਼ਾਂ ਦੇਖ ਰਹੇ ਹੋ, ਤੁਸੀਂ ਆਮ ਰੋਜ਼ਮर्रा ਦੀ ਜ਼ਿੰਦਗੀ 'ਚ ਇੱਕ ਫੁੱਲ ਦਾ ਜਿਹੜਾ ਬੂਟਾ ਉਹਨੂੰ ਦੇਖ ਕੇ ਵੀ ਕਾफ़ੀ ਇੰਸਪੀਰੇਸ਼ਨ ਲੈ ਸਕਦੇ ਹੋ। ਸੋ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇੰਸਪਾਇਰ ਕਰਦੇ ਨੇ। ਮੋਟਿਵਸ, ਕਿਉਂਕਿ ਮੈਂ ਇਤਿਹਾਸ ਪੜ੍ਹਿਆ ਹੈ, ਇਤਿਹਾਸ ਦੇ ਵਿੱਚ ਕਿਸ ਤਰ੍ਹਾਂ ਸਕਲਪਚਰਸ ਦੇ ਵਿੱਚ, ਪੇਂਟਿੰਗਸ, ਮਿਊਰਲਸ, ਮਿਨੀਏਚਰਸ ਦੇ ਵਿੱਚ ਅਲੱਗ-ਅਲੱਗ ਫਾਰਮਸ, ਅਲੱਗ-ਅਲੱਗ ਪੈਟਰਨਸ ਯੂਜ਼ ਹੋਏ ਨੇ। ਚਾਹੇ ਮੈਂ ਤੁਹਾਨੂੰ ਮਤਲਬ ਕੁਛ ਇਸ ਤਰ੍ਹਾਂ ਦੇ ਐਗਜ਼ਾਮਪਲਸ ਦੇ ਸਕਦੀ ਹਾਂ, ਕੁਛ ਇਸ ਤਰ੍ਹਾਂ ਦੇ ਵੀ ਕੋਸਟਿਊਮਸ ਤਿਆਰ ਕਰ ਰਹੇ ਨੇ। ਜਿਸ ਤਰ੍ਹਾਂ ਮੈਂ ਪਿੱਛੇ ਜਿਹੀ ਟਰੈਵਲ ਕੀਤਾ ਸੀਗਾ, ਮਾਈਸੂਰ ਪੈਲੇਸ ਦੇਖਿਆ, ਉਹਨਾਂ ਦੇ ਜਿਹੜੇ ਪਿਲਰਸ ਸੀਗੇ ਉਹਨਾਂ ਦੇ ਕਲਰਸ ਬਹੁਤ ਖੂਬਸੂਰਤ ਸੀ। ਸੋ ਪਿਲਰਸ ਦੇ ਕਲਰਸ ਮੈਨੂੰ ਇੰਨਾ ਅਟਰੈਕਟ ਕੀਤਾ ਕਿ ਉਹੀ ਕਲਰ ਪੈਲੇਟ ਮੈਂ ਆਪਣੇ ਇੱਕ ਡਿਜ਼ਾਈਨ ਲਈ ਰੱਖੀ। ਸੋ ਜਿਹੜੀ ਇੰਸਪੀਰੇਸ਼ਨ ਹੈ ਉਹ ਆਰਟਿਸਟ ਲਈ ਕਿਤੋਂ ਵੀ ਹੋ ਸਕਦੀ ਹੈ, ਉਹ ਕਿਸੇ ਵੀ ਫਾਰਮ 'ਚ ਹੋ ਸਕਦੀ, ਛੋਟੀ ਤੋਂ ਛੋਟੀ, ਵੱਡੀ ਤੋਂ ਵੱਡੀ। ਬਿਲਕੁਲ। ਜਦੋਂ ਤੁਸੀਂ ਆਊਟ ਆਫ ਪੰਜਾਬ ਟਰੈਵਲ ਕਰਦੇ ਹੋ, ਜਾਂ ਫਿਰ ਤੁਸੀਂ ਆਪਣੀ ਡਿਜ਼ਾਈਨਸ ਦੀ ਬਾਹਰ ਕਿਤੇ ਐਗਜ਼ੀਬਿਸ਼ਨ ਕਰਦੇ ਹੋ, ਤਾਂ ਜਿਹੜੇ ਆਊਟ ਆਫ ਪੰਜਾਬ ਲੋਕ ਨੇਗੇ, ਉਹਨਾਂ ਨੂੰ ਸਾਡੇ ਡਿਜ਼ਾਈਨਸ ਜਾਂ ਸਾਡਾ ਫੈਸ਼ਨ ਕਿਵੇਂ ਦਾ ਲੱਗਦਾ ਹੈ, ਕਿ ਉਹ ਪੰਜਾਬ ਨੂੰ ਮਤਲਬ ਕਿਵੇਂ ਦੇਖਦੇ ਨੇਗੇ? ਜਿਸ ਤਰ੍ਹਾਂ ਪੰਜਾਬੀ ਮਿਊਜ਼ਿਕ ਇੱਕ ਇੰਪੈਕਟ ਪਾ ਰਿਹਾ ਹੈ ਗੋਰਿਆਂ ਦੇ ਉੱਪਰ ਜਾਂ ਨਾਨ ਪੰਜਾਬੀ ਪੋਪੂਲੇਸ਼ਨ ਦੇ ਉੱਪਰ, ਸੇਮ ਵੇ ਹੁਣ ਇਸ ਤਰ੍ਹਾਂ ਦੇ ਡਿਜ਼ਾਈਨਸ, ਪੰਜਾਬੀ ਪਹਿਰਾਵੇ, ਗੁਜਰਾਤ ਤੋਂ ਮੈਨੂੰ ਫੋਨ ਕਾਲਸ ਆਉਂਦੀਆਂ ਨੇ, ਡਾਊਨ ਸਾਊਥ ਤੋਂ ਮੈਨੂੰ ਕਾਲਸ ਆਉਂਦੀਆਂ ਨੇ, ਮੁੰਬਈ ਤੋਂ ਬਹੁਤ ਕਾਲਸ ਆਉਂਦੀਆਂ ਨੇ। ਉਹ ਬਹੁਤ ਅਪੀਲ ਕਰਦੇ ਨੇ ਇਹ ਚੀਜ਼ਾਂ ਉਹਨਾਂ ਨੂੰ, ਕਿਉਂਕਿ ਇਹਨਾਂ 'ਚ ਗਲੈਮਰ ਹੈਗਾ, ਇੱਕ ਗ੍ਰੇਸ ਔਰ ਬਿਊਟੀ ਅਲੱਗ ਹੈਗੀ ਹੈ। ਸੋ ਮਤਲਬ ਮੈਨੂੰ ਅੱਛਾ ਲੱਗਦਾ ਕਿ ਜਦੋਂ ਆਪਾਂ ਪੰਜਾਬ ਵਿੱਚ ਪੰਜਾਬੀ ਕਾਸਟਿਊਮ ਨੂੰ ਮੇਨ ਰੱਖ ਕੇ ਆਪਣਾ ਕੰਮ ਕਰ ਰਹੇ ਹਾਂ, ਬਟ ਨਾਨ ਪੰਜਾਬੀ ਪੋਪੂਲੇਸ਼ਨ ਨੂੰ ਵੀ ਉਨਾ ਹੀ ਸੋਹਣਾ ਲੱਗ ਰਿਹਾ ਔਰ ਉਹ ਵੀ ਚੀਜ਼ਾਂ ਪਾਉਣਾ ਚਾਹੁੰਦੇ ਨੇ। ਅੱਜ ਕੱਲ੍ਹ ਮੈਨੂੰ ਲੱਗਦਾ ਹੁੰਦਾ ਕਿ ਸਿਰਫ ਡਿਜ਼ਾਈਨ ਕਰਨੇ ਕੱਪੜੇ ਕਾਫੀ ਨਹੀਂ ਹੁੰਦੇ, ਅਤੇ ਉਹਨਾਂ ਨੂੰ ਤੁਸੀਂ ਸ਼ੋਕੇਸ ਕਿੱਦਾਂ ਕਰ ਰਹੇ ਹੋ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਜਾਂਦਾ, ਕਿਉਂਕਿ ਤੁਹਾਡੀ ਵੀ ਅਸੀਂ ਜਦੋਂ ਵੀ ਤੁਹਾਡੀ ਕੋਈ ਕਲੈਕਸ਼ਨ ਆਉਂਦੀ ਹੈ, ਤੁਸੀਂ ਉਹਨਾਂ ਨੂੰ ਐਕਸਕਲੂਸਿਵਲੀ ਲਾਂਚ ਕਰਦੇ ਹੋ, ਤਾਂ ਉਹਦੇ ਲਈ ਇੱਕ ਪ੍ਰੋਪਰ ਵੀਡੀਓ ਜਾਂ ਫੋਟੋ ਸ਼ੂਟ ਕਰਵਾਇਆ ਜਾਂਦਾ ਆ, ਹੈ ਨਾ? ਅਤੇ ਤੁਹਾਨੂੰ ਕੀ ਲੱਗਦਾ ਵੀ ਇਹ ਇੰਨਾ ਜ਼ਿਆਦਾ ਜ਼ਰੂਰੀ ਕਿਉਂ ਹੋ ਗਿਆ ਹੁਣ? ਪ੍ਰੈਜੈਂਟੇਸ਼ਨ ਦਾ ਜ਼ਮਾਨਾ ਹੈਗਾ। ਜੋ ਵੀ ਤੁਸੀਂ ਚੀਜ਼ ਤਿਆਰ ਕਰਦੇ ਹੋ, ਅਗਰ ਉਹ ਖੁਦ ਉਹਦੀ ਕੁਆਲਿਟੀ ਬਹੁਤ ਅੱਛੀ ਹੈ, ਉਹਦੀ ਜਿਹੜੀ ਡਿਜ਼ਾਈਨ ਦੀ ਜਿਹੜੀ ਅਪੀਲ ਹੈਗੀ ਹੈ, ਉਹਦੀ ਸੈਂਸ ਹੈਗੀ ਹੈ, ਉਹ ਸਾਰੀ ਫਿੱਟ ਹੈਗੀ ਹੈ, ਬਟ ਉਹਦੇ ਨਾਲ ਨਾਲ ਅਗਰ ਤੁਸੀਂ ਉਹਨੂੰ ਫਿਲਮਾਉਂਦੇ ਹੋ ਕਿਸੇ ਅੱਛੀ ਜਗ੍ਹਾ 'ਤੇ, ਔਰ ਉਸ ਨੂੰ ਪੂਰਾ ਮਤਲਬ ਉਹਦੀ ਪੂਰੀ ਗੈਟਅਪ ਜਿਹੜੀ ਹੈਗੀ ਆ, ਜੋ ਔਨ ਸਕਰੀਨ ਜਦੋਂ ਕੋਈ ਵੀ ਦੇਖਦਾ ਹੈ ਅਤੇ ਉਹਨੂੰ ਇੱਕ ਬਹੁਤ ਅਲੱਗ ਅਪੀਲ ਦਿਖਦੀ ਹੈ ਉਹਦੇ ਵਿੱਚ, ਔਰ ਉਹ ਰਿਲੇਟ ਕਰ ਪਾਉਂਦਾ ਹੈ ਕਿ ਇਸ ਚੀਜ਼ ਨੂੰ ਪਾ ਕੇ ਸ਼ਾਇਦ ਆਪਾਂ ਇਸ ਤਰ੍ਹਾਂ ਦੇ ਲੱਗ ਸਕਦੇ, ਜਾਂ ਇਸ ਨੂੰ ਇਸ ਤਰ੍ਹਾਂ ਕੈਰੀ ਕੀਤਾ ਜਾ ਸਕਦਾ। ਸੋ ਕੰਪਲੀਟ ਸਟਾਈਲਿੰਗ ਜਿਹੜੀ ਹੈਗੀ ਉਹ ਅੱਜ ਬਹੁਤ ਜ਼ਰੂਰੀ ਹੋ ਗਈ। ਨਾ ਸਿਰਫ ਕੱਪੜੇ ਬਣਾਉਣਾ, ਡਿਜ਼ਾਈਨਸ ਬਣਾਉਣਾ, ਤਿਆਰ ਕਰਨਾ, ਪਰ ਪ੍ਰੋਡਕਸ਼ਨ ਤੋਂ ਲੈ ਕੇ ਉਹਦੀ ਪ੍ਰੈਜੈਂਟੇਸ਼ਨ, ਇਹ ਪੂਰਾ ਬਹੁਤ ਐਕਸਟੈਂਸਿਵ ਪ੍ਰੋਸੈਸ ਹੈਗੀ ਹੈ, ਮਲਟੀ ਸਟੇਜ ਐਂਡ ਮਲਟੀ ਲੈਵਲ ਪ੍ਰੋਸੈਸ ਬਣ ਚੁੱਕਿਆ, ਔਰ ਇਹਦਾ ਜਿਹੜਾ ਐਂਡ ਪ੍ਰੋਡਕਟ ਹੈ ਉਹ ਪ੍ਰੈਜੈਂਟੇਸ਼ਨ ਹੈਗੀ ਹੈ। ਅਤੇ ਆਪਣੀ ਹੀ ਕਲੈਕਸ਼ਨ ਦੇ ਲਈ ਖੁਦ ਨੂੰ ਫੀਚਰ ਕਰਨਾ, ਹੈ ਨਾ, ਇਹ ਡਿਸੀਜਨ ਤੁਹਾਡਾ ਕਦੋਂ ਬਣਿਆ? ਜਾਂ ਫਿਰ ਕਿਉਂਕਿ ਤੁਹਾਡੇ ਕੋਲ ਹੋਰ ਆਪਸ਼ਨ ਸੀਗੀਆਂ, ਕਿਉਂਕਿ ਤੁਹਾਡੇ ਲਈ ਕਾਫੀ ਸਾਰੇ ਫੀਮੇਲ ਮਾਡਲਸ ਕੰਮ ਕਰ ਰਹੇ ਸੀਗੇ ਆਲਰੇਡੀ, ਹੈ ਨਾ? ਅਤੇ ਜਦੋਂ ਤੁਸੀਂ ਖੁਦ ਵੀ ਰਿਪਰੈਜ਼ੈਂਟ ਕਰਦੇ ਹੋ ਆਪਣੀ ਕਲੈਕਸ਼ਨ ਨੂੰ, ਤਾਂ ਉਹ ਵੀ ਬਹੁਤ ਗ੍ਰੇਸਫੁਲ ਹੁੰਦਾ ਆ। ਤਾਂ ਇਹ ਡਿਸੀਜਨ ਤੁਹਾਡਾ ਕਦੋਂ ਬਣਿਆ ਸੀਗਾ ਕਿ ਮੈਂ ਖੁਦ ਰਿਪਰੈਜ਼ੈਂਟ ਕਰਾਂ ਆਪਣੀ ਕਲੈਕਸ਼ਨ? ਜੀ, ਸੋ ਇਹ ਬਹੁਤ ਰੀਸੈਂਟਲੀ ਹੀ ਹੋਇਆ ਕਿ ਮੈਂ ਕੁਛ ਆਪਣੇ ਕਾਸਟਿਊਮਸ, ਆਪਣੀ ਪਿਕਚਰਸ ਜਿਹੜੀਆਂ ਕਿ ਪੋਸਟ ਕੀਤੀਆਂ ਔਰ ਬਹੁਤ ਪਸੰਦ ਕੀਤੀਆਂ ਗਈਆਂ, ਔਰ ਬਹੁਤ ਸਾਰੇ ਸ਼ਾਇਦ ਹੋ ਸਕਦਾ ਹੈ ਲੋਕ ਰਿਲੇਟ ਕਰਦੇ ਨੇ ਮੇਰੇ ਡਿਜ਼ਾਈਨਸ ਨੂੰ, ਮੈਨੂੰ ਖੁਦ ਪਾਇਆ ਦੇਖ ਕੇ।
ਉਹਨਾਂ ਨੂੰ ਉਸ ਤਰ੍ਹਾਂ ਦੀ ਅਪੀਲ ਨਜ਼ਰ ਆਉਂਦੀ ਹੈ ਔਰ ਐਪਰੀਸ਼ੀਏਟ ਕਰਦੇ ਨੇ। ਸੋ ਸ਼ਾਇਦ ਉਹ ਐਪਰੀਸੀਏਸ਼ਨ ਜਿਹੜੀ ਮੇਰੇ ਲਈ ਮੋਟੀਵੇਸ਼ਨ ਬਣ ਗਈ ਔਰ ਮੈਂ ਆਪਣੇ ਡਿਜ਼ਾਈਨਸ ਨੂੰ ਖੁਦ ਵੀ ਰਿਪਰੈਜ਼ੈਂਟ ਕਰ ਰਹੀ ਹਾਂ। ਇੱਕ ਫੈਸ਼ਨ ਡਿਜ਼ਾਈਨਰ ਦੀ ਲਾਈਫ ਕਿਵੇਂ ਦੀ ਹੁੰਦੀ ਹੈ? ਜਿਵੇਂ ਇੱਕ ਆਰਟਿਸਟ ਦੀ ਲਾਈਫ ਆ, ਇੱਕ ਜਰਨਲਿਸਟ ਦੀ ਲਾਈਫ ਆ, ਹੈ ਨਾ, ਤਾਂ ਇੱਕ ਡਾਕਟਰ ਦੀ ਲਾਈਫ ਹੁੰਦੀ ਆ, ਤਾਂ ਫੈਸ਼ਨ ਡਿਜ਼ਾਈਨਰ ਦੀ ਲਾਈਫ ਕੀ ਹੁੰਦੀ ਆ? ਕਿ ਬਹੁਤ ਜ਼ਿਆਦਾ ਟਰੈਵਲ ਕਰਦੇ ਨੇ, ਬਹੁਤ ਜ਼ਿਆਦਾ ਇੰਡੋਰ ਟਾਈਮ ਸਪੈਂਡ ਕਰਦੇ ਨੇ, ਜਾਂ ਬਹੁਤ ਜ਼ਿਆਦਾ ਟਾਈਮ ਤੁਸੀਂ ਰਿਸਰਚ 'ਤੇ ਲਾਉਂਦੇ ਹੋ, ਜਾਂ ਬਹੁਤ ਜ਼ਿਆਦਾ ਟਾਈਮ ਤੁਸੀਂ ਲੋਕਾਂ ਨਾਲ ਇੰਟਰੈਕਟ ਕਰਨ 'ਤੇ ਲਾਉਂਦੇ ਹੋ ਤਾਂ ਕਿ ਤੁਸੀਂ ਜਾਣ ਪਾਓ ਵੀ ਉਹ ਕੀ ਪਸੰਦ ਕਰ ਰਹੇ ਨੇ, ਜਾਂ ਲੋਕਾਂ 'ਚ ਅੱਜ ਕੱਲ੍ਹ ਕਿੱਦਾਂ ਦੀ ਗੱਲ ਹੋ ਰਹੀ ਹੈ ਫੈਸ਼ਨ ਜਾਂ ਫਿਰ ਸੂਟਸ ਨੂੰ ਲੈ ਕੇ? ਬਹੁਤ ਅੱਛਾ ਤੇ ਇੰਟਰਸਟਿੰਗ ਸਵਾਲ ਹੈਗਾ, ਕਿਉਂਕਿ ਇਹਦਾ ਜਵਾਬ ਵੀ ਬੜਾ ਇੰਟਰਸਟਿੰਗ ਹੈਗਾ ਕਿ ਜਦੋਂ ਆਪਾਂ ਮਤਲਬ ਕਿਸੇ ਵੀ ਪ੍ਰੋਫੈਸ਼ਨ 'ਚ ਜੁੜੇ ਹਾਂ, ਜਦੋਂ ਪਬਲਿਕ ਡੀਲਿੰਗ ਦੇ ਵਿੱਚ ਹੈਗਾ ਚੀਜ਼, ਜਦੋਂ ਤੁਸੀਂ ਲੋਕਾਂ ਨੂੰ ਸੈਟਿਸਫਾਈ ਕਰਨਾ ਹੈ, ਉਹਨਾਂ ਦੀ ਕਮਿਟਮੈਂਟਸ 'ਤੇ ਖਰੇ ਉਤਰਨਾ, ਤੇ ਤੁਹਾਨੂੰ ਹਰ ਉਹ ਚੀਜ਼ ਕਰਨੀ ਪਏਗੀ। ਨਾ ਸਿਰਫ ਤੁਸੀਂ ਆਪਣੇ ਕੰਮ ਨੂੰ ਪੋਲਿਸ਼ ਕਰ ਰਹੇ ਹੋ ਐਵਰੀ ਡੇ, ਜੋ ਵੀ ਆਪਣੇ ਕੰਮ ਕਰ ਰਹੇ ਹੋ ਦਿਨ ਵਿੱਚ, ਪਰ ਉਹਦੇ ਨਾਲ ਨਾਲ ਤੁਸੀਂ ਇਹ ਵੀ ਸੋਚ ਰਹੇ ਹੋ ਕਿ ਜਿਸ ਤਰ੍ਹਾਂ ਦੀ ਕਮਿਟਮੈਂਟਸ, ਜਿਸ ਤਰ੍ਹਾਂ ਦੇ ਪ੍ਰੈਸ਼ਰ ਤੁਹਾਡੇ ਉੱਤੇ ਹੈ, ਕਿਉਂਕਿ ਬਹੁਤ ਡਿਮਾਂਡਿੰਗ ਹੈਗਾ। ਦੇਖਣ ਨੂੰ ਸ਼ਾਇਦ ਬਹੁਤ ਗਲੈਮਰਸ ਲੱਗਦਾ ਜਦੋਂ ਤੁਸੀਂ ਪਿਕਚਰਸ ਦੇਖਦੇ ਹੋ ਸੋਸ਼ਲ ਮੀਡੀਆ 'ਤੇ, ਬਟ ਬਹੁਤ ਸਾਰੀ ਮਿਹਨਤ ਹੁੰਦੀ ਹੈ ਇਹਦੇ ਵਿੱਚ ਪਿੱਛੇ ਲੱਗੀ ਹੋਈ। ਕਿਸ ਤਰ੍ਹਾਂ ਇੱਕ ਕਲਰ ਨੂੰ ਤੁਸੀਂ, ਇੱਕ ਫੈਬਰਿਕ ਨੂੰ ਤੁਸੀਂ ਰੱਖ ਕੇ ਫਿਰ ਉਹਦੇ 'ਚ ਕਿਸ ਤਰ੍ਹਾਂ ਇੱਕ ਡਿਜ਼ਾਈਨ ਦੀ ਪੈਟਰਨ ਤਿਆਰ ਕਰਦੇ ਹੋ, ਔਰ ਫਿਰ ਕਿਸ ਤਰ੍ਹਾਂ ਉਹ ਕੀ ਫਾਈਨਲ ਸ਼ੇਪ ਲਏਗਾ, ਉਹ ਇੱਕ ਅਲੱਗ ਪੱਖ ਹੈਗਾ। ਬਟ ਉਸ ਤੋਂ ਇਲਾਵਾ ਜਿਹੜਾ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਆਪਣੇ ਆਪ ਨੂੰ ਕ੍ਰੀਏਟਿਵਲੀ ਅਲਾਈਵ ਰੱਖਣ ਲਈ ਵੀ ਤੁਸੀਂ ਰੋਜ਼ ਕੁਛ ਨਾ ਕੁਛ ਕਰਨਾ ਪੈਂਦਾ ਤਾਂ ਕਿ ਤੁਸੀਂ ਅੱਗੇ ਵੀ ਆਪਣੇ ਕੰਮ ਨੂੰ ਇਸ ਤਰ੍ਹਾਂ ਬਰਕਰਾਰ ਰੱਖੋ। ਉਹਦੇ ਨਾਲ ਨਾਲ ਤੁਹਾਡੇ ਜਿਹੜੇ ਕੰਜ਼ਿਊਮਰਸ ਹੈ, ਕਸਟਮਰਸ ਹੈ, ਉਹਨਾਂ ਨਾਲ ਤੁਸੀਂ ਗੱਲ ਕਰੋ, ਉਹਨਾਂ ਦੀ ਜਿਹੜੀ ਕੁਐਰੀਜ਼ ਹੈ ਉਹਨਾਂ ਨੂੰ ਸੈਟਿਸਫਾਈ ਕਰੋ, ਉਹਨਾਂ ਦੀ ਜਿਹੜੀ ਤੁਹਾਡੇ ਤੋਂ ਉਮੀਦਾਂ ਨੇ ਉਹਦੇ 'ਤੇ ਵੀ ਖਰੇ ਉਤਰੋ। ਸੋ ਇਹ ਬਹੁਤ ਡਿਮਾਂਡਿੰਗ ਹੈਗਾ, ਔਰ ਇੱਕ ਫੈਸ਼ਨ ਡਿਜ਼ਾਈਨਰ ਦੀ ਲਾਈਫ ਵੀ ਉਨੀ ਸਟਰਗਲ ਵਾਲੀ ਹੈਗੀ ਹੈ ਜਿੰਨੇ ਸ਼ਾਇਦ ਕਿਸੇ ਹੋਰ ਪ੍ਰੋਫੈਸ਼ਨਲ ਦੀ ਹੈਗੀ ਹੈ। ਬਿਲਕੁਲ। ਵੈਸੇ ਸ਼ਾਇਦ ਤੁਹਾਨੂੰ ਰੈਪੀਟੀਸ਼ਨ ਲੱਗੂ ਕਿ ਵਾਕਈ ਇਹ ਚੀਜ਼ ਅਸੀਂ ਇਸਟੈਬਲਿਸ਼ ਕਰ ਪਾਏ ਹਾਂ ਹੁਣ ਤੱਕ ਪੰਜਾਬ 'ਚ, ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਹੋ ਜਾਵੇ, ਟਾਈਮ ਦੇ ਵਿੱਚ ਹੋ ਜਾਵੇ, ਪਰ ਅੱਜ ਦੇ ਹਾਲਾਤ ਅਨੁਸਾਰ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਚੀਜ਼ ਅਸੀਂ ਇਸਟੈਬਲਿਸ਼ ਕਰ ਪਾਏ ਹਾਂ ਕਿ ਆਮ ਡਿਜ਼ਾਈਨਰ? ਜੀ, ਸੋ ਜਿਸ ਤਰ੍ਹਾਂ ਅਲੱਗ-ਅਲੱਗ ਪ੍ਰੋਫੈਸ਼ਨਸ ਦੀ ਗੱਲ ਕਰਦੇ ਹਾਂ, ਔਰ ਪ੍ਰਾਈਡ ਐਸੋਸੀਏਟਿਡ ਹੁੰਦਾ ਹਰ ਪ੍ਰੋਫੈਸ਼ਨ ਦੇ ਵਿੱਚ। ਇੰਜੀਨੀਅਰ ਹੈ, ਡਾਕਟਰਸ ਹਾਂ, ਇਸ ਤਰ੍ਹਾਂ ਅਲੱਗ-ਅਲੱਗ ਕ੍ਰੀਏਟਿਵ ਫੀਲਡਸ ਵੀ ਹੈਗੇ ਆ ਜਿਨ੍ਹਾਂ ਵਿੱਚ ਅਲੱਗ-ਅਲੱਗ ਲੋਕ ਕੰਮ ਕਰ ਰਹੇ ਨੇ। ਸੋ ਪੰਜਾਬ ਦੇ ਵਿੱਚ ਇਨ ਪਾਰਟੀਕੂਲਰਲੀ ਅਗਰ ਮੈਂ ਗੱਲ ਕਰਾਂ, ਜਿੱਦਾਂ ਆਪਾਂ ਪਹਿਲਾਂ ਗੱਲਬਾਤ ਕਰ ਰਹੇ ਸੀਗੇ ਕਿ ਇਹ ਸਿਰਫ ਪਿਛਲੇ 3-4 ਸਾਲਾਂ ਦੇ ਵਿੱਚ ਹੀ ਹੋਇਆ ਹੈ ਕਿ ਜਿਹੜੇ ਡਿਜ਼ਾਈਨਰਸ ਨੇ ਉਹਨਾਂ ਨੂੰ ਇੱਕ ਰੈਕੋਗਨੀਸ਼ਨ ਐਜ਼ ਡਿਜ਼ਾਈਨਰਸ ਮਿਲ ਰਹੀ ਹੈ, ਔਰ ਉਹ ਜਿੱਥੇ ਆਪਣੀ ਇੰਟਰੋਡਕਸ਼ਨ ਦਿੰਦੇ ਉਹ ਕਹਿ ਸਕਦੇ ਕਿ ਮੈਂ ਇੱਕ ਫੈਸ਼ਨ ਡਿਜ਼ਾਈਨਰ ਹੈਗਾ, ਔਰ ਲੋਕ ਉਸ ਚੀਜ਼ ਨੂੰ ਸਮਝ ਪਾ ਰਹੇ ਨੇ। ਸੋ ਇਹਨੂੰ ਸਮੇਂ ਲੱਗੇਗਾ, ਕੁਛ ਆਉਣ ਵਾਲੇ 10 ਕੁ ਸਾਲ ਲੱਗਣਗੇ, ਬਟ ਬਹੁਤ ਸਟਰੋਂਗਲੀ, ਬਹੁਤ ਮਿਹਨਤ ਮੈਂ ਦੇਖ ਪਾ ਰਹੀ ਹਾਂ, ਹੋਰ ਵੀ ਡਿਜ਼ਾਈਨਰਸ ਬਹੁਤ ਸੋਹਣਾ ਕੰਮ ਕਰ ਰਹੇ ਨੇ। ਸੋ ਕਲੈਕਟਿਵਲੀ ਇੱਕ ਫੈਸ਼ਨ ਇੰਡਸਟਰੀ ਇੱਥੇ ਸਟੈਬਲਿਸ਼ ਹੋ ਚੁੱਕੀ ਹੈ, ਉਹਦੀ ਸ਼ੁਰੂਆਤ ਹੋ ਚੁੱਕੀ ਹੈ, ਔਰ ਆਉਣ ਵਾਲਾ ਸਮੇਂ ਬਹੁਤ ਸੋਹਣਾ ਹੈ, ਬਹੁਤ ਵਧੀਆ ਹੈਗਾ। ਤੁਸੀਂ ਕਦੇ ਕੋਈ ਆਪਣਾ ਸ਼ੇਡ ਕ੍ਰੀਏਟ ਕੀਤਾ ਹੈ? ਕਦੇ ਕੋਈ ਇੱਦਾਂ ਦਾ ਐਕਸਪੈਰੀਮੈਂਟ ਕੀਤਾ ਵੀ ਉਹ ਸ਼ੇਡ ਪਹਿਲਾਂ ਐਗਜ਼ਿਸਟ ਨਹੀਂ ਕਰਦਾ ਸੀਗਾ, ਪਰ ਤੁਸੀਂ ਕਿਸੇ ਇੱਕ ਐਕਸਪੈਰੀਮੈਂਟ ਦੇ ਨਾਲ, ਕਲਰ ਐਕਸਪੈਰੀਮੈਂਟ ਦੇ ਨਾਲ ਨਵਾਂ ਸ਼ੇਡ ਤੁਸੀਂ ਕਦੇ ਕ੍ਰੀਏਟ ਕੀਤਾ ਹੋਵੇ? ਬਹੁਤ ਸਾਰੇ, ਮੈਂ ਤੁਹਾਨੂੰ ਕਹਾਂਗੀ ਕਿ ਜਿਸ ਤਰ੍ਹਾਂ ਤੁਸੀਂ ਪਿਛਲੇ ਕੁਝ ਸਾਲਾਂ ਦਾ ਮੇਰਾ ਕੰਮ ਦੇਖੋਗੇ, ਬਹੁਤ ਸਾਰੇ ਮੈਨੂੰ ਮਹਿਸੂਸ ਹੁੰਦਾ ਹੈ ਕਿ ਇਸ ਤਰ੍ਹਾਂ ਦੇ ਕਲਰ ਸੀਗੇ ਜੋ ਸ਼ਾਇਦ ਪਹਿਲਾਂ ਮੈਂ ਖੁਦ ਵੀ ਨਹੀਂ ਦੇਖੇ ਸੀਗੇ, ਪਰ ਮੈਂ ਕੁਛ ਨਾ ਕੁਛ ਐਕਸਪੈਰੀਮੈਂਟ ਕਰਕੇ ਮਾਰਕੀਟ ਦੇ ਵਿੱਚ ਉਹ ਕਲਰਸ ਆਉਣੇ ਸ਼ੁਰੂ ਹੋ ਗਏ। ਕਿੰਨੀਆਂ ਸਾਰੀਆਂ ਕਾਪੀਜ਼ ਮੈਨੂੰ ਦੇਖਣ ਨੂੰ ਮਿਲਦੀਆਂ ਨੇ ਡੇਲੀ ਰੂਟੀਨ 'ਤੇ, ਜਿਹੜੇ ਮੇਰੇ ਡਿਜ਼ਾਈਨਸ ਨੂੰ ਅਲੱਗ-ਅਲੱਗ ਅਫੋਰਡੇਬਲ ਰੇਂਜ ਵਿੱਚ ਅਲੱਗ-ਅਲੱਗ ਫੈਕਟਰੀਜ਼ ਪ੍ਰੋਡਿਊਸ ਕਰ ਰਹੀਆਂ ਨੇ। ਪੰਜਾਬ ਸਾਈਡ ਪੂਰੀਆਂ ਫੈਕਟਰੀਜ਼ ਨੇ ਜਿਹੜੀਆਂ ਮਤਲਬ ਛੋਟੇ-ਛੋਟੇ ਸ਼ਹਿਰਾਂ ਵਿੱਚ ਇਹਨਾਂ ਡਿਜ਼ਾਈਨਸ ਦੀ ਬਹੁਤ ਲਾਈਟ ਕਾਪੀਜ਼ ਔਰ ਬਹੁਤ ਅਫੋਰਡੇਬਲ ਇਕਨੋਮਿਕਲ ਕਾਪੀਜ਼ ਤਿਆਰ ਕਰ ਰਹੀਆਂ, ਚਾਹੇ ਉਹ ਪ੍ਰਿੰਟ ਵਿੱਚ ਕਰ ਰਹੀਆਂ ਨੇ, ਚਾਹੇ ਉਹ ਬਲੌਕ ਪ੍ਰਿੰਟਿੰਗ 'ਚ ਕਰ ਰਹੀਆਂ, ਚਾਹੇ ਉਹ ਮਸ਼ੀਨਸ ਦੇ ਥਰੂ ਕਰ ਰਹੀਆਂ, ਬਟ ਉਹ ਹੋ ਰਿਹਾ ਹੈ। ਸੋ ਇੱਕ ਤਰ੍ਹਾਂ ਮੈਂ ਆਪਣੇ ਆਪ ਨੂੰ ਇਸ ਵਿੱਚ ਖੁਸ਼ਕਿਸਮਤ ਅਤੇ ਬਹੁਤ ਕਾਬਲ, ਬਹੁਤ ਸਫਲ ਸਮਝਦੀ ਹਾਂ ਕਿ ਜੋ ਚੀਜ਼ ਮੈਂ ਸੋਚੀ ਹੈ, ਜਿਹੜੇ ਕਲਰਸ ਦਾ ਇਸਤੇਮਾਲ ਮੈਂ ਕੀਤਾ, ਉਹ ਕਲਰਸ ਟਰੈਂਡ ਵਿੱਚ ਆ ਗਏ। ਸੋ ਇੱਕ ਇਨਫਲੂਐਂਸ ਕਰਨ ਦਾ ਜਿਹੜਾ ਮੌਕਾ ਮਿਲਿਆ ਮੈਨੂੰ, ਔਰ ਲੋਕ ਉਹਦੇ ਤੋਂ ਇਨਫਲੂਐਂਸ ਹੋਏ ਨੇ ਕਾਫੀ। ਜਿਵੇਂ ਇੱਕ ਡਿਜ਼ਾਈਨਰ ਦੇ ਕੱਪੜੇ ਪਾਉਣੇ ਹੈ ਨਾ, ਤਾਂ ਹਰ ਇੱਕ ਦੀ ਇੱਛਾ ਹੁੰਦੀ ਹੈ ਕਿ ਮੈਂ ਆਪਣੀ ਕਿਸੇ ਸਪੈਸ਼ਲ ਓਕੇਜ਼ਨ ਦੇ ਉੱਪਰ ਕਿਸੇ ਇੱਕ ਡਿਜ਼ਾਈਨਰ ਦੇ ਕੱਪੜੇ ਪਾਵਾਂ, ਹੈ ਨਾ, ਪਰ ਅਫੋਰਡੇਬਿਲਿਟੀ ਕਿਸੇ ਦੀ ਬਣਦੀ ਹੈ, ਕਿਸੇ ਦੀ ਨਹੀਂ ਬਣਦੀ ਹੈਗੀ, ਹੈ ਨਾ। ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਫੈਸ਼ਨ ਵਰਲਡ ਦੇ ਵਿੱਚ ਕੀ ਇੱਦਾਂ ਦਾ ਖਾਸ ਹੋਣਾ ਚਾਹੀਦਾ ਹੈ ਕਿ ਉਹ ਅਫੋਰਡੇਬਿਲਿਟੀ ਜ਼ਰੂਰ ਬਣ ਸਕੇ ਹਰ ਮੀਡੀਅਮ ਦੀ ਆਡੀਅנס ਦੇ ਲਈ ਜਾਂ ਹਰ ਕਸਟਮਰ ਦੇ ਲਈ? ਜੀ, ਸੋ ਅਗਰ ਆਪਾਂ ਸਸਟੇਨੇਬਲ ਫੈਸ਼ਨ ਦੀ ਗੱਲ ਕਰੀਏ, ਹੈ ਨਾ, ਜੋ ਅਫੋਰਡੇਬਲ ਹੈਗਾ, ਜੋ ਹਰ ਇੱਕ ਦੀ ਰੇਂਜ ਵਿੱਚ ਹੈਗਾ, ਸੋ ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਹੈਗੀਆਂ ਨੇ ਜਿਨ੍ਹਾਂ ਵਿੱਚ ਅਗਰ ਮੈਂ ਆਪਣੀ ਗੱਲ ਕਰਾਂ, ਇੱਕ ਕੁਆਲਿਟੀ ਨੂੰ ਮੇਨਟੇਨ ਕਰਨ ਲਈ ਇੱਕ ਪਰਟੀਕੂਲਰ ਟਾਈਪ ਦਾ, ਇੱਕ ਪਰਟੀਕੂਲਰ ਤਰੀਕੇ ਦਾ ਫੈਬਰਿਕ, ਇੱਕ ਤਰ੍ਹਾਂ ਦੀ ਕਲਰਸ ਔਰ ਉਸੇ ਤਰੀਕੇ ਦੇ ਮਟੀਰੀਅਲਸ ਇਸਤੇਮਾਲ ਕਰਨੇ ਪੈਂਦੇ ਨੇ। ਸੋ ਇਹ ਚੈਲੰਜ ਵੀ ਤੁਸੀਂ ਕਹਿ ਸਕਦੇ ਹੋ ਕਿ ਅਗਰ ਤੁਸੀਂ ਡਿਜ਼ਾਈਨਿੰਗ ਕਰ ਰਹੇ ਹੋ ਤਾਂ ਕੁਝ ਚੈਲੰਜਸ ਵੀ ਤੁਹਾਨੂੰ ਫੇਸ ਕਰਨੇ ਪੈਂਦੇ। ਇਹ ਲਿਮਿਟੇਸ਼ਨਸ ਨੇ ਕਿ ਚੀਜ਼ ਨੂੰ ਅਗਰ ਤੁਸੀਂ ਸੋਹਣਾ ਬਣਾਉਣਾ, ਨਾ ਸਿਰਫ ਉਹਦੀ ਪ੍ਰੈਜੈਂਟੇਸ਼ਨ ਜਾਂ ਲੁੱਕ ਵਿੱਚ, ਬਟ ਉਹਦੇ
ਇੱਕ ਵਿੱਚ ਇੱਕ ਜਾਨ ਵੀ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਕਿ ਉਹਦੀ ਜਿਹੜੀ ਕੁਆਲਿਟੀ ਉਹ ਬੋਲੇ। ਸੋ ਉਹਦੇ ਵਿੱਚ ਤੁਹਾਨੂੰ ਕੁਝ ਇਨਵੈਸਟਮੈਂਟਸ ਇਸ ਤਰ੍ਹਾਂ ਦੀਆਂ ਕਰਨੀਆਂ ਪੈਂਦੀਆਂ ਨੇ ਕਿ ਉਹਦੀ ਅਫੋਰਡੇਬਿਲਿਟੀ ਥੋੜੀ ਜੀ ਨਾਰਮਲ ਕਲਾਸ ਤੋਂ ਉੱਪਰ ਆ ਜਾਂਦੀ ਹੈ। ਬਟ ਆਫ ਕੋਰਸ ਜਦੋਂ ਤੁਸੀਂ ਚੀਜ਼ ਨੂੰ ਦੇਖਦੇ ਹੋ ਤੇ ਉਹਦੀ ਜਿਹੜੀ ਵਰਥ ਹੈਗੀ ਆ ਉਹ ਸਹੀ ਹੋਣਾ ਚਾਹੀਦਾ। ਮੈਨੂੰ ਥੋੜ੍ਹਾ ਜਿਹਾ ਹੋਰ ਤੁਸੀਂ ਦੱਸੋ, ਕਿਉਂਕਿ ਅਸੀਂ ਨਿਮਰਤ ਖਹਿਰਾ ਉਹਨਾਂ ਨੂੰ ਤੁਹਾਡੇ ਸਟਾਈਲ ਕੈਰੀ ਕਰਦੇ ਹੋਏ ਦੇਖਦੇ ਹਾਂ ਨਾ, ਤਾਂ ਬਹੁਤ ਸੋਹਣੇ ਤਰੀਕੇ ਦੇ ਨਾਲ ਉਹ ਕੈਰੀ ਕਰਦੇ ਨੇ, ਤਾਂ ਉਹ ਬਹੁਤ ਹੈਵੀ ਸੂਟਸ ਹੁੰਦੇ ਨੇ ਹੈ ਨਾ। ਤਾਂ ਤੁਸੀਂ ਸਿਰਫ ਹੈਵੀ ਸੂਟਸ ਹੀ ਡਿਜ਼ਾਈਨ ਕਰਦੇ ਹੋ ਜਾਂ ਫਿਰ ਬਾਕੀ ਜਿਹੜੀ ਤੁਹਾਡੀ ਕਲੈਕਸ਼ਨ ਆ ਉਹਦੇ ਬਾਰੇ ਵੀ ਸਾਨੂੰ ਦੱਸੋ, ਅਤੇ ਜਿਹੜੀ ਰੀਸੈਂਟ ਤੁਸੀਂ ਬੱਚਿਆਂ ਦੇ ਲਈ ਇੱਕ ਕਲੈਕਸ਼ਨ ਇੰਟਰੋਡਿਊਸ ਕੀਤੀ ਆ ਤਾਂ ਉਹਦੇ ਬਾਰੇ ਵੀ ਸਾਨੂੰ ਦੱਸੋ। ਜੀ, ਸੋ ਜਿਸ ਤਰ੍ਹਾਂ ਤੁਸੀਂ ਦੇਖੇ ਕਿ ਕਾਸਟਿਊਮਸ ਜਿੰਨੇ ਵੀ ਹਾਲੇ ਤੱਕ ਮੈਂ ਡਿਜ਼ਾਈਨ ਕੀਤੇ ਉਹ ਥੋੜ੍ਹੇ ਵੈਡਿੰਗ ਵੇਅਰ ਨੇ ਜਾਂ ਪਰਟੀਕੂਲਰਲੀ ਓਕੇਜ਼ਨਸ 'ਤੇ ਪਾਉਣ ਵਾਲੀਆਂ ਚੀਜ਼ਾਂ ਨੇ। ਸੋ ਉਹਨਾਂ ਦੀ ਇੱਕ ਸਪੈਸੀਫਿਕ ਰੀਜ਼ਨ ਇਹ ਹੈ ਕਿ ਮੈਂ ਹਮੇਸ਼ਾ ਇਸੇ ਸੈਗਮੈਂਟ ਵਿੱਚ ਕੰਮ ਕੀਤਾ ਹੈ ਔਰ ਜੋ ਬਹੁਤ ਲਾਈਟ, ਇਸ ਤੋਂ ਲਾਈਟ ਜਿਹੜੇ ਡਿਜ਼ਾਈਨਸ ਉਹ ਮੈਂ ਕਦੀ ਤਿਆਰ ਨਹੀਂ ਕੀਤੇ। ਅਗੇਨ ਜਿਸ ਤਰ੍ਹਾਂ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਮੇਰੀ ਜਿਹੜੀ ਕਮਿਟਮੈਂਟ ਹੈ ਦੈਟ ਇਜ਼ ਟੂਵਰਡਸ ਕੁਆਲਿਟੀ। ਜੋ ਵੀ ਮੈਂ ਤਿਆਰ ਕਰਾਂ ਉਹਦੇ ਵਿੱਚ ਇੱਕ ਸਟੈਂਡਰਡ ਦਾ ਫੈਬਰਿਕ ਯੂਜ਼ ਕਰਾਂ, ਕਲਰਸ ਯੂਜ਼ ਕਰਾਂ। ਸੋ ਉਹ ਇੱਕ ਵਜ੍ਹਾ ਹੈਗੀ ਹੈ। ਔਰ ਇਸ ਤੋਂ ਇਲਾਵਾ ਹੁਣੇ ਰੀਸੈਂਟਲੀ ਕਿਡਸ ਕਲੈਕਸ਼ਨ ਆਈ ਹੈ। ਫਸਟ ਟਾਈਮ ਮੈਂ ਇੱਕ ਮੇਰੀ ਕੋਸ਼ਿਸ਼ ਸੀਗੀ ਕਿ ਕਿਡਸ ਦੇ ਲਈ, ਬੱਚਿਆਂ ਲਈ ਇੱਕ ਲਗਜ਼ੂਰੀਅਸ ਰੇਂਜ ਤਿਆਰ ਕੀਤੀ ਜਾਏ, ਕਿਉਂਕਿ ਤੁਸੀਂ ਹਮੇਸ਼ਾ ਹੀ ਦੇਖੋਗੇ ਕਿ ਮਦਰਸ ਜਿਹੜੀਆਂ ਹਮੇਸ਼ਾ ਚਾਹੁੰਦੀਆਂ ਕਿ ਉਹਨਾਂ ਦੇ ਬੱਚੇ ਜਿਹੜੇ ਹੈਗੇ ਉਸੇ ਤਰੀਕੇ ਨਾਲ ਜਿਸ ਤਰ੍ਹਾਂ ਉਹ ਖੁਦ ਸੂਟ ਪਾ ਰਹੀਆਂ ਬੱਚੇ ਵੀ। ਪਲੱਸ ਇਹ ਬਹੁਤ ਅੱਛੀ ਸਿਗਨਲ ਹੈਗਾ, ਇੱਕ ਬਹੁਤ ਅੱਛਾ ਸਾਈਨ ਹੈਗਾ ਕਿ ਬੱਚੇ ਵੀ ਅੱਜ ਪੰਜਾਬ ਦੇ ਸੱਭਿਆਚਾਰ ਨਾਲ ਜੁੜਨਾ ਚਾਹੁੰਦੇ ਨੇ। ਇਸ ਤਰ੍ਹਾਂ ਦੇ ਸੂਟਸ ਦਾ ਟਰੈਂਡ, ਇਸ ਤਰ੍ਹਾਂ ਦੇ ਸੂਟਸ ਦਾ ਕਰੇਜ਼, ਮੈਨੂੰ ਕਿੰਨੀਆਂ ਸਾਰੀਆਂ ਰਾਤ ਵੀ ਕਾਲਸ ਆਈਆਂ ਕਿ ਮਦਰਸ ਕਹਿ ਰਹੀਆਂ ਨੇ ਕਿ ਸਾਡੇ ਬੱਚਿਆਂ ਨੇ ਤੇ ਆਪਣੇ ਕਲਰਸ ਚੁਣ ਲਏ ਕਿ ਸਾਡੇ ਲਈ ਆਹੀ ਚਾਹੀਦਾ ਤੇ ਨਿਮਰਤ ਮੈਮ ਤੋਂ ਹੀ ਆਉਣਾ ਚਾਹੀਦਾ। ਸੋ ਬਹੁਤ ਅੱਛਾ ਲੱਗਦਾ ਜਦੋਂ ਇਸ ਤਰ੍ਹਾਂ ਦਾ ਰਿਸਪੌਂਸ ਮਿਲਦਾ, ਇਸ ਤਰ੍ਹਾਂ ਦੀ ਐਪਰੀਸੀਏਸ਼ਨ ਮਿਲਦੀ ਹੈ, ਕਾਲਸ ਮਿਲਦੀਆਂ ਨੇ ਕਿ ਤੁਸੀਂ ਜੋ ਅੱਜ ਕੀਤਾ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ। ਔਰ ਸਾਡੇ ਲਈ ਹੁਣ ਸਾਨੂੰ ਫਿਕਰ ਕਰਨ ਦੀ ਲੋੜ ਨਹੀਂ ਹੈਗੀ, ਸਾਡੇ ਆਪਣੇ ਕਾਸਟਿਊਮਸ ਤੇ ਸਾਡੇ ਬੱਚਿਆਂ ਦਾ ਕਾਸਟਿਊਮ ਸੌਟ ਹੋ ਗਏ ਹੈ। ਬਿਲਕੁਲ, ਮੇਰੇ ਲਈ ਤੁਹਾਡੇ ਨਾਲ ਇੰਟਰਵਿਊ ਕਰਨਾ ਇਸ ਕਰਕੇ ਵੀ ਖਾਸ ਸੀਗਾ ਕਿਉਂਕਿ ਤੁਸੀਂ ਇੱਕ ਫੀਮੇਲ ਹੋ, ਹੈ ਨਾ। ਜਦੋਂ ਅਸੀਂ ਬਾਲੀਵੁੱਡ ਦੀ ਗੱਲ ਕਰਦੇ ਹਾਂ, ਬਾਲੀਵੁੱਡ ਦੇ ਵਿੱਚ ਵੀ ਬਹੁਤ ਸਾਰੇ ਡਿਜ਼ਾਈਨਰਸ ਕੰਮ ਕਰ ਰਹੇ ਨੇ, ਪਰ ਸਾਨੂੰ ਹਮੇਸ਼ਾ ਜਦੋਂ ਅਸੀਂ ਕਹਿੰਦੇ ਹਾਂ ਵੀ ਆਹ ਚੀਜ਼ ਮੈਂ ਖੁਦ ਤਿਆਰ ਕੀਤੀ, ਅੱਛਾ ਤੂੰ ਵੱਡਾ ਮਨੀਸ਼ ਮਲਹੋਤਰਾ ਬਣਿਆ ਫਿਰਦਾ ਤਾਂ ਮੈਨੂੰ ਲੱਗਦਾ ਹੁੰਦਾ ਕਿ ਜਦੋਂ ਕੋਈ ਕੁੜੀ ਕਿਸੇ ਇੱਕ ਪ੍ਰੋਫੈਸ਼ਨ ਦੇ ਵਿੱਚ ਲੀਡ ਕਰ ਰਹੀ ਹੁੰਦੀ ਹੈ ਤਾਂ ਉਹ ਮੈਨੂੰ ਬਹੁਤ ਸਪੈਸ਼ਲ ਲੱਗਦੀ ਹੁੰਦੀ ਹੈ ਨਾ। ਤਾਂ ਬੀਇੰਗ ਅ ਵੂਮਨ ਤੁਸੀਂ ਆਪਣੇ ਬਾਰੇ ਕੀ ਸੋਚਦੇ ਹੋ, ਜਿੰਨਾ ਹੁਣ ਤੁਸੀਂ ਕੰਮ ਕੀਤਾ ਫੈਸ਼ਨ ਵਰਲਡ ਦੇ ਵਿੱਚ ਜਾਂ ਫਿਰ ਤੁਸੀਂ ਅੱਗੇ ਜਾ ਕੇ ਕਰੋਗੇ, ਹੈ ਨਾ, ਤੁਸੀਂ ਆਪਣੇ ਆਪ 'ਤੇ ਕਿਵੇਂ ਮਾਣ ਮਹਿਸੂਸ ਕਰਦੇ ਹੋ? ਮੈਂ ਬੀਇੰਗ ਫੀਮੇਲ ਤੇ ਨਹੀਂ ਮੈਂ ਕਹੂੰਗੀ, ਬਿਕਾਜ਼ ਫੀਮੇਲਸ ਦਾ ਅਗਰ ਆਪਾਂ ਐਗਜ਼ਾਮਪਲਸ ਦੀ ਗੱਲ ਕਰੀਏ, ਐਸਟਰੋਨੌਟਸ ਤੋਂ ਲੈ ਕੇ ਬਿਲਕੁਲ ਹਰ ਫੀਲਡ ਦੇ ਵਿੱਚ ਫੀਮੇਲਸ ਜਿਹੜੀਆਂ ਉਹ ਛਾਈਆਂ ਪਈਆਂ ਨੇ। ਸੋ ਐਜ਼ ਇੰਡੀਵਿਜੂਅਲ ਮੈਂ ਕਹੂੰਗੀ ਕਿ ਐਜ਼ ਅ ਪ੍ਰੋਗਰੈਸਿਵ ਹਿਊਮਨ ਬੀਇੰਗ ਜੋ ਮਿਹਨਤ ਕਰ ਰਿਹਾ, ਮੈਂ ਆਪਣੇ ਆਪ ਨੂੰ ਇਸ ਤਰ੍ਹਾਂ ਦੇਖਦੀ ਹਾਂ ਕਿ ਮੈਂ ਅੱਜ ਆਪਣੇ ਆਪ ਨੂੰ ਐਜ਼ ਡਿਜ਼ਾਈਨਰ, ਐਜ਼ ਫੈਸ਼ਨ ਡਿਜ਼ਾਈਨਰ ਇਸਟੈਬਲਿਸ਼ ਕਰ ਪਾਈ ਹਾਂ। ਔਰ ਜਿਹੜਾ ਮੇਰਾ ਡਰੀਮ ਸੀਗਾ ਕਿ ਮੈਂ ਆਪਣੇ ਆਪ ਨੂੰ ਕਦੇ ਵੀ ਇੱਕ ਬੁਟੀਕ ਜਾਂ ਇੱਕ ਸਟੋਰ, ਇੱਕ ਸ਼ਾਪ ਦੇ ਵਿੱਚ ਨਹੀਂ ਲੈ ਕੇ ਜਾਣਾ। ਮੈਂ ਆਪਣੇ ਆਪ ਨੂੰ ਇੱਕ ਡਿਜ਼ਾਈਨਰ ਜੋ ਇੱਕ ਇਨਫਲੂਐਂਸਰ, ਇੱਕ ਸਟਰੋਂਗ ਉਹਦੀ ਪ੍ਰੈਜ਼ੈਂਸ ਹੈਗੀ, ਉਹਦੀ ਇੱਕ ਰੈਕੋਗਨੀਸ਼ਨ ਹੈਗੀ, ਉਸ ਤਰ੍ਹਾਂ ਕੰਮ ਕਰਨੀ ਹੈ। ਔਰ ਅੱਜ ਖੁਸ਼ੀ ਦੀ ਗੱਲ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਮੇਰੇ ਕੰਮ ਨੂੰ ਪਸੰਦ ਕਰ ਰਹੇ ਨੇ, ਉਹ ਇਸ ਤਰ੍ਹਾਂ ਮੈਨੂੰ ਦੇਖਦੇ ਨੇ ਕਿ ਉਹ ਮੈਨੂੰ ਮਿਲਣ ਆਉਂਦੇ ਨੇ ਕਿ ਤੁਸੀਂ ਕੋਈ ਖਾਸ ਹੋ ਕਿਉਂਕਿ ਤੁਸੀਂ ਇੱਕ ਖਾਸ ਤਰ੍ਹਾਂ ਦਾ ਕੰਮ ਕਰ ਰਹੇ ਹੋ। ਸੋ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਜਿਹੜੀਆਂ ਲੜਕੀਆਂ ਕੰਮ ਕਰ ਰਹੀਆਂ ਨੇ ਉਹਨਾਂ ਲਈ ਚਾਹੇ ਛੋਟੀ ਪਰ ਇੱਕ ਇੰਸਪੀਰੇਸ਼ਨ ਮੇਰਾ ਕੰਮ ਬਣ ਪਾਇਆ ਹੈ। ਸੋ ਇਹ ਮੇਰੇ ਲਈ ਬਹੁਤ ਖੁਸ਼ਕਿਸਮਤੀ ਦੀ ਗੱਲ ਹੈ। ਅਤੇ ਜਾਂਦੇ ਜਾਂਦੇ ਅਗਰ ਕੋਈ ਹੋਰ ਕੁੜੀ ਜਾਂ ਕੋਈ ਮੁੰਡਾ ਵੀ ਅਗਰ ਪੰਜਾਬ ਦੇ ਵਿੱਚੋਂ ਬੁਟੀਕ ਕਲਚਰ ਤੋਂ ਥੋੜ੍ਹਾ ਜਿਹਾ ਉੱਪਰ ਉੱਠ ਕੇ ਅਗਰ ਉਹ ਐਜ਼ ਅ ਫੈਸ਼ਨ ਡਿਜ਼ਾਈਨਰ ਆਪਣੀ ਪਛਾਣ ਬਣਾਉਣਾ ਚਾਹੁੰਦਾ ਤਾਂ ਉਹ ਕਿੱਥੋਂ ਸ਼ੁਰੂ ਕਰ ਸਕਦੇ ਨੇ? ਉਹਦੇ ਲਈ ਤੁਹਾਡੇ ਕੋਲ ਇਕਡੈਮਿਕ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਇਕਡੈਮਿਕ ਨੌਲੇਜ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ, ਜਾਂ ਫਿਰ ਤੁਸੀਂ ਉਸ ਤੋਂ ਬਿਨਾਂ ਵੀ ਤੁਸੀਂ ਫੈਸ਼ਨ ਡਿਜ਼ਾਈਨਰ ਬਣ ਸਕਦੇ ਹੋ? ਤਾਂ ਅਗਰ ਤੁਸੀਂ ਇੱਕ ਟਿਪ ਦੇਣਾ ਹੋਵੇ, ਤੁਸੀਂ ਇੱਥੋਂ ਸ਼ੁਰੂਆਤ ਕਰ ਸਕਦੇ ਹੋ, ਕੀ ਕਹਿਣਾ ਚਾਹੋਗੇ? ਸੋ ਮੈਂ ਜਿਸ ਤਰ੍ਹਾਂ ਆਪਣੀ ਸਟੋਰੀ ਦੱਸੀ ਕਿ ਮੈਂ ਸ਼ੁਰੂਆਤ ਕੀਤੀ ਸੀ, ਸਿਰਫ 5000 ਰੁਪੀਜ਼ ਸੀਗੇ ਮੇਰੇ ਕੋਲ, ਜਿਹਦੇ ਨਾਲ ਮੈਂ ਆਪਣੇ ਫਰਸਟ ਇਨਵੈਸਟਮੈਂਟ ਕੀਤੀ ਸੀਗੀ ਆਪਣੇ ਡਿਜ਼ਾਈਨਸ ਲਈ। ਸੋ ਤੁਹਾਡੇ ਲਈ ਬਹੁਤ ਮੇਜਰ ਕੈਪੀਟਲ ਹੋਣਾ ਵੀ ਬਹੁਤ ਜ਼ਰੂਰੀ ਨਹੀਂ ਹੈ। ਐਕੈਡੈਮਿਕ ਬੈਕਗਰਾਊਂਡ ਜਿਹੜੀ ਹੈਗੀ, ਤੁਹਾਡੀ ਇੱਕ ਬੇਸਿਕ ਐਜੂਕੇਸ਼ਨ ਸਟਰੋਂਗ ਹੋਣੀ ਬਹੁਤ ਜ਼ਰੂਰੀ ਹੈ। ਉਹ 'ਤੇ ਕਿਸੇ ਵੀ ਪ੍ਰੋਫੈਸ਼ਨ 'ਚ ਤੁਸੀਂ ਜਾਂਦੇ ਹੋ, ਐਕਸੈਲ ਕਰਨ ਲਈ ਐਜੂਕੇਸ਼ਨ ਇਜ਼ ਮਸਟ। ਬਟ ਜਿਸ ਤਰ੍ਹਾਂ ਫੈਸ਼ਨ ਡਿਜ਼ਾਈਨਿੰਗ ਦੀ ਬੈਕਗਰਾਊਂਡ ਮੇਰੀ ਨਹੀਂ ਹੈਗੀ ਆ, ਮੈਂ PhD ਜ਼ਰੂਰ ਕੀਤੀ ਇੰਡੀਅਨ ਕਾਸਟਿਊਮਸ ਦੇ ਉੱਪਰ, ਬਟ ਪਰ ਸੇ ਫੈਸ਼ਨ ਡਿਜ਼ਾਈਨਿੰਗ ਦਾ ਕੋਈ ਪਰਟੀਕੂਲਰਲੀ ਕੋਰਸ ਜਾਂ ਕੁਛ ਫੈਸ਼ਨ ਟੈਕਨੋਲੋਜੀ ਦੇ ਵਿੱਚ ਨਹੀਂ ਕੀਤਾ। ਸੋ ਅਗਰ ਤੁਸੀਂ ਕਿਸੇ ਵੀ ਕੰਮ ਨੂੰ ਅਲੱਗ ਫਾਰਮ ਦੇਣਾ ਚਾਹੁੰਦੇ ਹੋ, ਅਲੱਗ ਤਰੀਕੇ ਨਾਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜ਼ਰੂਰ ਕਰ ਸਕਦੇ ਹੋ। ਸਿਰਫ ਤੁਹਾਡੇ ਲਈ ਕਮਿਟਮੈਂਟ ਜ਼ਰੂਰੀ ਹੈ, ਤੁਹਾਡੇ ਕੰਮ ਲਈ ਇੱਕ ਪੈਸ਼ਨ ਜ਼ਰੂਰੀ ਹੈ, ਫੋਕਸਡ ਕੰਮ ਕਰਨਾ ਜ਼ਰੂਰੀ ਹੈ। ਕਿਉਂਕਿ ਮੈਨੂੰ ਯਾਦ ਹੈ ਜਦੋਂ ਦੀ ਮੈਂ ਕੰਮ ਕਰ ਰਹੀ ਹਾਂ, ਮੈਂ ਕਿਤੇ ਬਹਿ ਕੇ ਨਹੀਂ ਦੇਖਿਆ, ਲਗਾਤਾਰ ਮੈਨੂੰ ਇਸ ਤਰ੍ਹਾਂ ਲੱਗਦਾ ਦਿਨ ਦੇ ਅਗਰ ਮਤਲਬ ਕੁਝ ਘੰਟੇ ਆ ਅਤੇ ਉਹ ਵੀ ਹੋਰ ਐਡ ਹੋ ਜਾਣ ਤਾਂ ਸ਼ਾਇਦ ਵਧੀਆ ਹੈ, ਓਨਾ ਹੀ ਟਾਈਮ ਘੱਟ ਪੈਂਦਾ। ਸੋ ਕੋਈ ਵੀ ਕੰਮ ਕਮਿਟਮੈਂਟ ਨਾਲ, ਕੋਈ ਵੀ ਕੰਮ ਪੂਰੀ ਐਨਰਜੀ ਐਂਡ ਪੋਜ਼ੀਟਿਵਿਟੀ ਔਰ ਫੁੱਲ ਸਿੰਸੈਰਿਟੀ ਨਾਲ ਕੀਤਾ ਜਾਏ ਤਾਂ ਉਹ ਬਹੁਤ ਵਧੀਆ, ਤੁਸੀਂ ਉਹਦੇ 'ਚ ਐਕਸੈਲ ਕਰ ਸਕਦੇ ਹੋ।
ਤੇ ਆਉਣ ਵਾਲੇ ਟਾਈਮ 'ਚ ਅਸੀਂ ਤੁਹਾਡੇ ਡਿਜ਼ਾਈਨ ਜਿੱਦਾਂ ਗਾਣਿਆਂ ਦੇ ਵਿੱਚ ਵੀ ਦੇਖਦੇ ਹਾਂ, ਤਾਂ ਹੋਰ ਅਸੀਂ ਕਿਤੇ ਦੇਖ ਪਾਵਾਂਗੇ ਫਿਲਮਸ ਦੇ ਵਿੱਚ, ਜਾਂ ਫਿਰ ਤੁਸੀਂ ਕੋਈ ਇੱਕ ਖਾਸ ਸ਼ੋਅ ਆਪਣਾ ਆਰਗੇਨਾਈਜ਼ ਕਰੋਗੇ ਜਿੱਥੇ ਤੁਹਾਡੇ ਕੱਪੜੇ ਜਾਂ ਫਿਰ ਤੁਹਾਡੇ ਡਿਜ਼ਾਈਨਸ ਦਿਸਣਗੇ? ਸੋ ਆਉਣ ਵਾਲੇ ਟਾਈਮ 'ਚ ਮੈਂ ਕਹਿ ਸਕਦੀ ਹਾਂ ਕਿ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਦੇਖੋਗੇ, ਕੁਝ ਤੇ ਸਰਪ੍ਰਾਈਜ਼ਸ ਨੇ ਮੇਰੇ ਵੱਲੋਂ, ਬਟ ਇਸ ਤਰ੍ਹਾਂ ਦੀਆਂ ਚੀਜ਼ਾਂ ਦੇਖੋਗੇ ਜਿਹਦੇ 'ਚ ਤੁਸੀਂ ਦੇਖੋਗੇ ਕਿ ਇੱਕ ਮੇਰੀ ਹਮੇਸ਼ਾ ਤੋਂ ਇਹ ਕੋਸ਼ਿਸ਼ ਰਹੀ ਹੈ ਕਿ ਜਿਸ ਤਰ੍ਹਾਂ ਨੈਸ਼ਨਲ ਫੇਮ ਦੇ ਡਿਜ਼ਾਈਨਰਸ ਕੰਮ ਕਰ ਰਹੇ ਨੇ, ਉਹਨਾਂ ਦੀ ਜਿਹੜੀ ਮਾਰਕੀਟ ਹੈ ਉਹ ਬਹੁਤ ਐਕਸਪੈਂਡ ਹੋ ਰਹੀ ਹੈ। ਐਕਸਪੈਂਸ਼ਨ ਤੇ ਹਰ ਇੱਕ ਡਿਜ਼ਾਈਨਰ ਦਾ, ਹਰ ਇੱਕ ਪ੍ਰੋਫੈਸ਼ਨਲ ਦਾ ਇੱਕ ਡ੍ਰੀਮ ਹੁੰਦਾ ਕਿ ਉਹ ਐਕਸਪੈਂਡ ਕਰੇ, ਚਾਹੇ ਉਹ ਕਿਸੇ ਕੰਟਰੀ 'ਚ ਕਰੇ, ਕਈ ਸਿਟੀਜ਼ 'ਚ ਕਰੇ। ਬਹੁਤ ਸਾਰਾ ਪਿਆਰ ਮੈਨੂੰ ਬਠਿੰਡਾ ਤੋਂ, ਲੁਧਿਆਣਾ ਤੋਂ, ਜਲੰਧਰ, ਅੰਮ੍ਰਿਤਸਰ ਤੋਂ ਬਹੁਤ ਸਾਰਾ ਪਿਆਰ ਮਿਲ ਰਿਹਾ ਔਰ ਮੈਂ ਚਾਹੁੰਦੀ ਹਾਂ ਕਿ ਹਨੂੰਮਾਨਗੜ੍ਹ, ਗੰਗਾ ਨਗਰ 'ਚ ਬਹੁਤ ਸਾਰੇ ਕਲਾਇੰਟਸ ਨੇ, ਉੱਥੇ ਵੀ ਮੈਂ ਕਿਸੇ ਤਰ੍ਹਾਂ ਆਪਣੀ ਰੇਂਜ, ਆਪਣੀ ਰੀਚ ਵਧਾਵਾਂ ਕਿ ਉੱਥੇ ਵੀ ਲੋਕ ਜਿਹੜੇ ਉੱਥੇ ਬਹਿ ਕੇ ਵੀ ਮੇਰੇ ਡਿਜ਼ਾਈਨਸ ਨੂੰ ਦੇਖ ਸਕਣ, ਉਹਨਾਂ ਨੂੰ ਪਰਚੇਜ਼ ਕਰ ਸਕਣ। ਸੋ ਆਪਣੇ ਆਪ ਨੂੰ ਐਕਸਪੈਂਡ ਕਰਨਾ ਜਿਹੜਾ ਹੈਗਾ, ਇਹ ਮੇਰਾ ਡ੍ਰੀਮ ਹੈਗਾ ਕਿਸੇ ਵੀ ਫਾਰਮ 'ਚ, ਔਰ ਆਪਣੇ ਕੰਮ ਨੂੰ ਇਸ ਤਰ੍ਹਾਂ ਦੀ ਪਹਿਚਾਣ ਦਿਵਾਉਣਾ ਕਿ ਬਾਲੀਵੁੱਡ ਤੋਂ ਜਿਹੜੇ ਆਰਟਿਸਟ ਆ ਉਹ ਸਾਡੇ ਵੱਲ ਦੇਖਣ ਬਜਾਏ ਕਿ ਅਸੀਂ ਉੱਧਰ ਜਾ ਕੇ, ਜਾਂ ਸਾਡੇ ਲੋਕ ਦਿੱਲੀ ਜਾ ਕੇ ਪਰਚੇਜ਼ ਕਰਨ, ਆਪਣੀ ਡ੍ਰੀਮ ਡਿਜ਼ਾਈਨਰਸ ਉਹਨਾਂ ਨੂੰ ਮੰਨਣ, ਕਿਉਂ ਉਹ ਸਾਡੇ ਵੱਲ ਕਿਉਂ ਨਾ ਆਉਣ। ਸੋ ਇਹ ਮੇਰਾ ਇੱਕ ਸੁਪਨਾ ਹੈਗਾ। ਆਖਰੀ ਸਵਾਲ ਹੈ ਕਿ ਤੁਸੀਂ ਬਹੁਤ ਜ਼ਿਆਦਾ ਉਮਰ ਦੀ ਕਿਸੇ ਇੱਕ ਔਰਤ ਦੇ ਲਈ ਵੀ ਕਦੇ ਕੱਪੜੇ ਡਿਜ਼ਾਈਨ ਕੀਤੇ ਨੇਗੇ? ਬਹੁਤ ਸਾਰੀਆਂ ਫੀਮੇਲਸ ਨੇ ਮੇਰੇ ਕੋਲ ਇਸ ਤਰ੍ਹਾਂ ਦੀਆਂ ਜਿਨ੍ਹਾਂ ਨੇ ਮੈਨੂੰ ਕਾਲ ਕੀਤੀ ਹੈ ਕਿ ਸਾਨੂੰ ਤੁਹਾਡੇ ਡਿਜ਼ਾਈਨਸ ਬਹੁਤ ਪਸੰਦ ਆਉਂਦੇ ਨੇ, ਮੈਂ ਓਕੇਜ਼ਨਸ 'ਤੇ ਵੇਅਰ ਕਰਨਾ ਅਤੇ ਮੈਨੂੰ ਕੀ ਅੱਛਾ ਲੱਗੇਗਾ, ਅਤੇ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਮੈਂ ਉਹਨਾਂ 'ਚ ਸ਼ਾਇਦ ਮੇਰੇ ਡਿਜ਼ਾਈਨਸ ਦੇਖ ਕੇ ਉਹਨਾਂ 'ਚ ਇੰਨਾ ਕੌਨਫੀਡੈਂਸ ਅਤੇ ਉਤਸ਼ਾਹ ਆਇਆ ਕਿ ਉਹ ਕਹਿੰਦੇ ਕਿ ਕੋਈ ਗੱਲ ਹੀ ਨਹੀਂ, ਅਗਰ ਅਸੀਂ 60 ਸਾਲ ਦੇ ਹਾਂ ਤਾਂ ਅਸੀਂ ਕਿਉਂ ਨਹੀਂ ਕੈਰੀ ਕਰ ਸਕਦੇ। ਇਹ ਤਾਂ ਮਤਲਬ ਤੁਹਾਡਾ ਜਜ਼ਬਾ ਵਧੀਆ ਹੋਣਾ ਚਾਹੀਦਾ ਹੈ। ਏਜ ਇਜ਼ ਜਸਟ ਅ ਨੰਬਰ, ਜਿਸ ਤਰ੍ਹਾਂ ਕਹਿੰਦੇ ਨੇ। ਅਗਰ ਤੁਸੀਂ 60 'ਤੇ ਹੋ ਤਾਂ ਤੁਹਾਨੂੰ ਕਿੰਨੇ ਮਨਾ ਕੀਤਾ ਕਿ ਤੁਸੀਂ ਇਸ ਤਰ੍ਹਾਂ ਦੇ ਕੱਪੜੇ ਸੋਹਣੇ ਨਹੀਂ ਪਾ ਸਕਦੇ? ਤੁਹਾਡੇ 'ਚ ਕੌਨਫੀਡੈਂਸ ਹੋਣਾ ਚਾਹੀਦਾ। ਬਿਲਕੁਲ, ਲੋਕੀ ਪਸੰਦ ਕਰ ਰਹੇ ਨੇ ਅਗਰ ਮਤਲਬ ਵੀ ਉਹ ਕੋਈ ਅਲੱਗ ਤਰ੍ਹਾਂ ਦਾ ਡਿਜ਼ਾਈਨ ਜਾਂ ਅਲੱਗ ਤਰ੍ਹਾਂ ਦਾ ਸ਼ੇਡ ਪਾਉਣਾ ਹੈ ਨਾ, ਤਾਂ ਕਿ ਉਹ ਪੂਰੇ ਫੰਕਸ਼ਨ ਦੇ ਵਿੱਚ ਅਲੱਗ ਦਿਸਣ। ਸੋ ਬਹੁਤ ਮਿਹਰਬਾਨੀ ਨਿਮਰਤ ਸਾਨੂੰ ਟਾਈਮ ਦੇਣ ਦੇ ਲਈ, ਅਤੇ ਅਸੀਂ ਇਹੀ ਵਿਸ਼ ਕਰਦੇ ਹਾਂ ਕਿ ਤੁਹਾਡਾ ਬਿਜ਼ਨਸ ਹੋਰ ਜ਼ਿਆਦਾ ਗਰੋ ਕਰੇ ਅਤੇ ਤੁਸੀਂ ਐਜ਼ ਅ ਫੈਸ਼ਨ ਡਿਜ਼ਾਈਨਰ ਆਪਣੀ ਮੁਕੰਮਲ ਦੁਨੀਆ ਦੇ ਵਿੱਚ ਪਹਿਚਾਣ ਬਣਾਵੋ। ਅਤੇ ਮੈਂ ਕਹਿਣਾ ਚਾਹੂੰਗੀ ਕਿ ਇਹ ਇੰਸਟਾਗ੍ਰਾਮ 'ਤੇ, ਫੇਸਬੁੱਕ 'ਤੇ ਅਵੇਲੇਬਲ ਨੇ, ਤੁਸੀਂ ਜਾ ਕੇ ਇਹਨਾਂ ਦੀ ਕਲੈਕਸ਼ਨ ਵੇਖ ਸਕਦੇ ਹੋ, ਅਤੇ ਅਗਰ ਤੁਹਾਨੂੰ ਕੁਝ ਚੰਗਾ ਲੱਗਦਾ ਤਾਂ ਤੁਸੀਂ ਇਹਨਾਂ ਦੇ ਨਾਲ ਜੁੜ ਸਕਦੇ ਹੋ। ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਮੈਮ। ਥੈਂਕ ਯੂ।